ਹਿੰਦੁਸਤਾਨ ਦੇ ਵਿੱਚ ਮਤਲਬ ਤੀਜੇ ਸਭ ਤੋਂ ਗੰਦੇ ਸ਼ਹਿਰਾਂ 'ਚ ਸਾਡਾ ਨਾਂ ਹੈ। ਜਾਖੜ ਸਾਹਿਬ ਫਿਰ ਗੰਦ ਇੰਨਾ ਪਿਆ ਕਿਉਂ ਸੀ ਅਬੋਹਰ ਦੇ ਵਿੱਚ? ਸੁਨੀਲ ਜਾਖੜ ਜੀ ਨੂੰ ਥੱਲੇ ਦਿਖਾਉਣ ਵਾਸਤੇ ਸਾਡੇ ਅਬੋਹਰ ਦੇ ਵਿੱਚ 10 ਸਾਲ 2007 ਤੋਂ 17 ਇੱਕ ਪੱਥਰ ਸੁਖਬੀਰ ਬਾਦਲ ਜੀ ਲਾ ਕੇ ਗਏ ਸੀ ਇੱਥੇ। ਉਹਦੇ ਇਲਾਵਾ ਇੱਕ ਪੈਸੇ ਦਾ ਕੰਮ ਨਹੀਂ ਹੋਇਆ। ਸ਼ਹਿਰ ਦੇ ਵਿੱਚ ਸੀਵਰੇਜ ਦਾ ਕੰਮ ਚੱਲ ਰਿਹਾ, ਉਹ ਬੀਜੇਪੀ ਦੇ ਵਿਧਾਇਕ ਨੇ ਜਿਹੜੇ, ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤ ਸਕੀਮ ਦੇ ਤਹਿਤ, ਕੇਂਦਰ ਸਰਕਾਰ ਦੀ ਸਕੀਮ ਦੇ ਤਹਿਤ ਇਹ ਕੰਮ ਉਹਨਾਂ ਨੇ ਸ਼ੁਰੂ ਕਰਵਾਇਆ ਸੀ। ਕਹਿੰਦੇ ਜਾਖੜ ਪਰਿਵਾਰ ਤਾਂ ਸਿਰਫ ਆਪਣਾ ਟੈਗ ਲਾ ਰਿਹਾ। ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ, ਬੀਜੇਪੀ ਐਜ਼ ਅ ਪਾਰਟੀ ਹਮੇਸ਼ਾ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਤੇ ਪੁਰਾਣਾ ਵਾਟਰ ਵਰਕਸ ਹੁੰਦਾ ਸੀ, ਉਹ ਜਗ੍ਹਾ ਹੈ ਜਿਹੜੀ ਅਕਾਲੀ ਸਰਕਾਰ ਨੇ ਉੱਥੇ ਕਬਜ਼ਾ ਕਰਵਾਇਆ ਸੀ। ਸਕੀਮ ਤਾਂ ਹੋਈ ਹੈ ਜਿਹੜੀ ਯੂਪੀ ਮਨਮੋਹਨ ਸਿੰਘ ਜੀ ਨੇ ਲਾਂਚ ਕੀਤੀ ਸੀ। ਅੱਜ ਜੋ ਬੀਜੇਪੀ ਵਾਲੇ ਕਹਿ ਦੇਣ ਵੀ ਨਹੀਂ ਆ ਸਾਡੀ ਸਕੀਮ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਪੰਜਾਬ ਦੀ ਸਿਆਸਤ ਦੇ ਵਿੱਚ ਫੇਰ ਬਦਲ, ਉਥਲ-ਪੁਥਲ ਲਗਾਤਾਰ ਜਾਰੀ ਹੈ ਔਰ ਸਾਡਾ ਵੀ ਇੱਕ ਮਿਸ਼ਨ ਹੈ ਕਿ ਪੰਜਾਬ ਦੇ ਹਰ ਇੱਕ ਹਲਕੇ ਦੇ ਵਿੱਚ, ਵਿਧਾਨ ਸਭਾ ਹਲਕੇ 'ਚ ਪਹੁੰਚਾਂਗੇ। ਪਹਿਲਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਚਾਹੁੰਦੇ ਨੇ, ਕੀ ਸੋਚਦੇ ਨੇ ਲੋਕ ਹੁਣ ਦੀ ਪੰਜਾਬ ਸਰਕਾਰ ਬਾਰੇ, ਜਾਣੀ ਹੁਣ ਦੀ ਤੋਂ ਭਾਵ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਸਰਕਾਰ ਬਾਰੇ ਔਰ ਆਪਣੇ ਵਿਧਾਇਕ ਦੇ ਬਾਰੇ। ਇਸੇ ਤਰ੍ਹਾਂ ਆਪੋਜ਼ਿਟ ਖੜੇ ਹੋਣ ਵਾਲੇ ਵਿਧਾਇਕ ਜਾਂ ਫਿਰ ਉਹਨਾਂ ਦੇ ਉਮੀਦਵਾਰ ਜਿਨ੍ਹਾਂ ਦਾ ਵੀ ਐਲਾਨ ਹੋ ਗਿਆ। ਸਾਡਾ ਮਿਸ਼ਨ ਹੈ ਕਿ ਹਰ ਇੱਕ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਪਹੁੰਚਾਈਏ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਕੀ ਰਿਹਾ ਹੈ। ਅਸੀਂ ਨੇਤਾ ਜੀ ਦਿਓ ਜਵਾਬ ਪ੍ਰੋਗਰਾਮ ਦੇ ਤਹਿਤ ਅਸੀਂ ਸ਼ਹਿਰ ਅਬੋਹਰ ਦੇ ਵਿੱਚ ਪਹੁੰਚੇ, ਜਿੱਥੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ। ਅਬੋਹਰ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਅਬੋਹਰ ਜਾਖੜ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ ਔਰ 2017 ਦੇ ਵਿੱਚ ਜਾਖੜ ਪਰਿਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦੇ ਸਾਂਝੇ ਉਮੀਦਵਾਰ ਅਰੁਣ ਨਾਰੰਗ ਉੱਥੋਂ ਵਿਧਾਇਕ ਚੁਣੇ ਗਏ। ਸੱਤਾ ਦੇ ਵਿੱਚ ਕਾਂਗਰਸ ਆਈ ਔਰ ਕਾਂਗਰਸ ਦੇ ਵੱਲੋਂ ਕੀਤੇ ਗਏ ਕੰਮ, ਉਹਨਾਂ ਦੇ ਵੱਲੋਂ ਕੀਤੇ ਗਏ ਵਾਅਦੇ ਪੂਰੇ ਹੋਏ ਆ ਕਿ ਨਹੀਂ ਹੋਏ, ਉਸ ਤੋਂ ਬਾਅਦ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਉਹ ਤੁਹਾਨੂੰ ਦਿਖਾਇਆ। ਲੋਕ ਕਾਫੀ ਸੰਤੁਸ਼ਟ ਨਜ਼ਰ ਆਏ। PPCC ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਹੋਰਾਂ ਦੇ ਫਰਜ਼ੰਦ ਸੰਦੀਪ ਜਾਖੜ ਹੋਰਾਂ ਤੋਂ ਕਾਫੀ ਸੰਤੁਸ਼ਟ ਨਜ਼ਰ ਆਏ। ਕਹਿੰਦੇ ਆਪ ਕੰਮ ਕਰਦੇ ਆ, ਹਲਕੇ 'ਚ ਵੀ ਆਉਂਦੇ ਆ, ਲੋਕਾਂ ਨੂੰ ਵੀ ਮਿਲਦੇ ਆ ਔਰ ਜਿਸ ਤਰ੍ਹਾਂ ਦਾ ਵਿਕਾਸ ਅਬੋਹਰ ਦੇ ਵਿੱਚ ਹੋ ਰਿਹਾ ਹੈ ਉਹ ਕਦੇ ਹੋਇਆ ਨਹੀਂ ਸੀ। ਇਹ ਲੋਕਾਂ ਦੀ ਜ਼ੁਬਾਨੀਆਂ ਜੋ ਅਸੀਂ ਤੁਹਾਨੂੰ ਸੁਣਾਇਆ ਵੀ। ਮੇਰੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸੰਦੀਪ ਜਾਖੜ ਨੇ ਗੱਲਬਾਤ ਕਰਨਗੇ। ਇਸ ਪੂਰੇ ਵਿਸ਼ੇ ਤੇ ਅਸੀਂ ਉਹਨਾਂ ਤੋਂ ਸਮਝਾਂਗੇ ਕਿ ਕੁਝ ਸਮਾਂ ਪਹਿਲਾਂ ਅਬੋਹਰ ਦਾ ਸਫਾਈ ਦਾ ਰੈਂਕ ਜਿਹੜਾ ਹੈ ਉਹ ਕਾਫੀ ਡਾਊਨ ਆਇਆ ਸੀ। ਇਹ ਕਿਹਾ ਗਿਆ ਸੀ ਕਿ ਅਬੋਹਰ ਦੇ ਵਿੱਚ ਗੰਦ ਬਹੁਤ ਜ਼ਿਆਦਾ, ਕੇਂਦਰ ਸਰਕਾਰ ਦੇ ਇੱਕ ਸਰਵੇ ਦੇ ਵਿੱਚ ਅਬੋਹਰ ਦਾ ਸਪੈਸ਼ਲੀ ਨਾਮ ਆਇਆ ਸੀ। ਤੇ ਅੱਜ ਜੇਕਰ ਇਹ ਕੰਮ ਹੋ ਰਿਹਾ ਤਾਂ ਉਹਦੀ ਵਜ੍ਹਾ ਕੀ ਹੈ? ਕਿਤੇ ਸੱਚੀ ਮੁੱਚੀ ਇਲੈਕਸ਼ਨ ਹੀ ਵਜ੍ਹਾ ਤਾਂ ਨਹੀਂ, ਤੇ ਜਾਂ ਫਿਰ ਸੱਚੀ ਮੁੱਚੀ ਅਬੋਹਰ ਨੂੰ ਸਾਫ਼ ਕਰਨਾ ਚਾਹੁੰਦੇ ਨੇ? ਤੇ ਗੱਲਬਾਤ ਕਰਾਂਗੇ। ਜਾਖੜ ਸਾਹਿਬ ਬਹੁਤ ਬਹੁਤ ਸਵਾਗਤ। ਥੈਂਕ ਯੂ ਰਵੀ ਜੀ। ਰਵੀ ਜੀ, ਜਿਹੜੀ ਤੁਸੀਂ ਗੰਦਗੀ ਦੀ ਗੱਲ ਕੀਤੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਬੋਹਰ ਹਿੰਦੁਸਤਾਨ ਦੇ ਵਿੱਚ ਮਤਲਬ ਤੀਜੇ ਸਭ ਤੋਂ ਗੰਦੇ ਸ਼ਹਿਰਾਂ 'ਚ ਸਾਡਾ ਨਾਂ ਆਇਆ। ਐਂਡ ਪੰਜਾਬ ਦੇ ਵਿੱਚ 13 ਕਾਰਪੋਰੇਸ਼ਨਸ ਹੈ, ਉਹਦੇ ਵਿੱਚੋਂ ਅਸੀਂ 13ਵੇਂ ਨੰਬਰ ਤੇ ਆਏ ਸੀ। ਇੱਕ ਸਾਲ ਆਲਮੋਸਟ 1.25 ਸਾਲ ਪਹਿਲੇ ਗਵਰਨਮੈਂਟ ਆਫ ਇੰਡੀਆ ਦੀ ਸਰਵੇ ਹੋਈ ਸੀ ਤੇ ਅੱਜ ਤੋਂ 1.25 ਸਾਲ ਪਹਿਲੇ ਅਸੀਂ ਇੱਕ ਪ੍ਰਣ ਲਿੱਤਾ ਸੀ, ਮੈਂ ਇੱਕ ਪ੍ਰਣ ਲਿੱਤਾ ਸੀ, ਮੈਂ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ, ਆਪਣਾ ਅਬੋਹਰ ਆਪਣੀ ਆਬਾ। ਐਂਡ ਰਵੀ ਜੀ, ਇਟ ਹੈਜ਼ ਬੀਨ 1.5 years ਆਲਮੋਸਟ। ਐਂਡ ਐਵਰੀ ਸੈਟਰਡੇ ਅਸੀਂ ਇਹ ਮੂਵਮੈਂਟ ਸ਼ੁਰੂ ਕੀਤੀ ਸੀ। 10 ਬੰਦਿਆਂ ਨੇ ਇਹ ਮੂਵਮੈਂਟ ਸ਼ੁਰੂ ਕੀਤੀ ਸੀ। ਅਸੀਂ ਹਰ ਸ਼ਨੀਵਾਰ ਆਉਂਦੇ ਸੀ, ਸ਼ਹਿਰ ਦੇ ਵਿੱਚ ਕੋਈ ਇੱਕ ਸਪੌਟ ਜਾ ਕੇ ਅਸੀਂ ਸਫਾਈ ਕਰਦੇ ਸੀ। ਉਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਐਜੂਕੇਟ ਕਰਨਾ ਸ਼ੁਰੂ ਕੀਤਾ। ਕਾਰਪੋਰੇਸ਼ਨ ਨਾਲ ਬਹਿ ਕੇ ਅਸੀਂ ਇੱਕ ਸਫਾਈ ਦਾ ਜਿਹੜਾ ਢਾਂਚਾ ਜਿਹੜਾ ਸਾਡਾ ਵਿਗੜ ਗਿਆ ਸੀ, ਜਿਹੜੀ ਗੰਦਗੀ ਅਸੀਂ ਇੰਨੇ, ਮੇਰੇ ਖਿਆਲ ਤਾਂ ਮੈਂ ਤਾਂ ਆਹੀ ਕਹੂੰਗਾ, ਅਸੀਂ ਇੰਨੇ ਆਦੀ ਹੋ ਗਏ ਸੀ ਸਫਾਈ ਗੰਦਗੀ ਦੇ, ਉਹ ਸਾਨੂੰ ਦਿਖਣੀ ਬੰਦ ਹੋ ਗਈ ਸੀ। ਉਹ ਜਦੋਂ ਰੈਂਕਿੰਗ ਆਈ, ਇਟ ਵਾਜ਼ ਅ ਜੋਲਟ ਫॉर ਅਸ ਮਤਲਬ। ਤੇ ਉਹਦੇ ਬਾਅਦ ਅਸੀਂ ਸਾਡੇ ਜਿਹੜੇ ਡੰਪਸ ਜਿਹੜੇ ਓਪਨ ਸੀ ਉਹਨਾਂ ਨੂੰ ਕਵਰ ਕਰਨਾ ਸ਼ੁਰੂ ਕੀਤਾ। ਘਰ ਘਰ ਕਲੈਕਸ਼ਨ
ਸ਼ੁਰੂ ਕੀਤੀ। ਅੱਜ ਦੇ ਦਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਲਮੋਸਟ ਵੀ ਹੈਵ ਰੀਚਡ 80% ਘਰਾਂ ਤੋਂ ਮਤਲਬ ਕੂੜੇ ਦੀ ਕਲੈਕਸ਼ਨ ਸ਼ੁਰੂ ਹੋ ਰਹੀ ਹੈ। 250 ਨਵੇਂ ਬੰਦੇ ਅਸੀਂ ਭਰਤੀ ਕੀਤੇ, ਸਾਰਾ ਸਿਸਟਮ ਬਣਾਇਆ, ਸੈਨੇਟਰੀ ਇੰਸਪੈਕਟਰ, ਸੁਪਰਵਾਈਜ਼ਰਸ ਐਂਡ ਸਾਰੇ ਸ਼ਹਿਰ ਨੇ ਮਤਲਬ ਦੇਖੋ ਸਾਡੀ ਨੀਅਤ ਦੇ ਵਿੱਚ ਖੋਟ ਨਹੀਂ ਸੀ, ਅਸੀਂ ਦਿਲੋਂ ਕਿਉਂਕਿ ਸਾਡਾ ਸ਼ਹਿਰ ਹੈ, ਸਾਰਿਆਂ ਦਾ ਸ਼ਹਿਰ ਹੈ, ਅਸੀਂ ਉਹ ਮੂਵਮੈਂਟ ਸ਼ੁਰੂ ਕੀਤੀ ਐਂਡ ਕਾਰਪੋਰੇਸ਼ਨ ਦੀ ਮਦਦ ਦੇ ਨਾਲ, ਸ਼ਹਿਰ ਵਾਸੀਆਂ ਦੀ ਮਦਦ ਦੇ ਨਾਲ, ਸਫਾਈ ਸੇਵਕਾਂ ਦੀ ਮਦਦ ਦੇ ਨਾਲ, ਜਿਹੜੀ ਪਿਛਲੇ 15 ਦਿਨ ਪਹਿਲੇ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਵਾਪਸ ਹਰ ਸਾਲ ਜਿਹੜੀ ਉਹ ਰੈਂਕਿੰਗ ਕਰਦੇ ਹੈ, ਅਬੋਹਰ 13ਵੇਂ ਨੰਬਰ ਤੋਂ ਪੰਜਾਬ ਦੇ ਵਿੱਚ ਲਾਸਟ ਜੀ ਸੀਗਾ, ਅਸੀਂ 5ਵੇਂ ਨੰਬਰ ਤੇ ਆਏ ਐਂਡ ਹਿੰਦੁਸਤਾਨ ਦੇ ਵਿੱਚ 382 ਸ਼ਹਿਰਾਂ ਦੀ ਸਰਵੇ ਹੋਈ ਸੀ ਜਿਹੜੀ ਸਾਡੀ ਕੈਟਾਗਰੀ ਦੇ ਸ਼ਹਿਰ ਹੈ, ਉਹਦੇ ਵਿੱਚ ਅਸੀਂ 380 ਨੰਬਰ ਸੀਗਾ ਐਂਡ ਦਿਸ ਟਾਈਮ ਵੀ ਰੀਚ 105 105ਵਾਂ ਨੰਬਰ ਆਇਆ, ਉਹ 275 ਦੀ ਅਸੀਂ ਜੰਪ ਕੀਤੀ। ਸੋ ਅੱਜ ਦੇ ਦਿਨ ਮੈਂ ਦਾਅਵੇ ਨਾਲ ਕਹਿੰਦਾ, ਤੁਸੀਂ ਤਾਂ ਚਲੋ ਜਾ ਕੇ ਆਏ ਹੋ, ਆਈ ਐਮ ਸ਼ੋਰ ਤੁਸੀਂ ਲੋਕਾਂ ਨੂੰ ਪੁੱਛਿਆ ਹੋਗਾ, ਬਟ ਸਫਾਈ ਵਿਵਸਥਾ ਦੇ ਵਿੱਚ ਅਸੀਂ ਜ਼ਮੀਨ ਆਸਮਾਨ ਦਾ ਅਸੀਂ ਫਰਕ ਸ਼ਹਿਰ ਦੇ ਵਿੱਚ ਆਇਆ ਹੈ। ਬਹੁਤ ਸੁਧਾਰ ਕੀਤਾ ਹੈ ਲੇਕਿਨ ਬਹੁਤ ਸੁਧਾਰ ਹੁਣੇ ਕਰਨਾ ਬਾਕੀ ਹੈ। ਲੇਕਿਨ ਹੁਣ ਮੈਨੂੰ ਵੀ ਹੌਸਲਾ ਹੋ ਗਿਆ ਜਿਸ ਤਰੀਕੇ ਨਾਲ ਲੋਕਾਂ ਨੇ ਸਪੋਰਟ ਦਿੱਤਾ ਤੇ ਅਸੀਂ ਆ ਕੰਮ ਕਰਕੇ ਦਿਖਾਇਆ। ਆਈ ਐਮ ਵੈਰੀ ਕੌਨਫੀਡੈਂਟ ਵੀ ਅਸੀਂ ਅਬੋਹਰ ਨੂੰ ਹੋਰ ਉਚਾਈਆਂ। ਚਲੋ ਆਪਾਂ ਇਸੇ ਵਿਸ਼ੇ ਤੇ ਗੱਲ ਕਰ ਲੈਨੇ ਆ। ਜਾਖੜ ਸਾਹਿਬ, ਫਿਰ ਗੰਦ ਇੰਨਾ ਪਿਆ ਕਿਉਂ ਸੀ ਅਬੋਹਰ ਦੇ ਵਿੱਚ? ਦੇਖੋ ਗੰਦ, ਤੁਸੀਂ ਨਹੀਂ ਵਿਧਾਇਕ ਬਣੇ 2017 ਦੇ ਵਿੱਚ, ਇਸ ਤੋਂ ਪਹਿਲਾਂ ਕਾਫੀ ਵਾਰ ਵਿਧਾਇਕ ਚੁਣੇ ਜਾਂਦੇ ਰਹੇ, ਮਤਲਬ ਲਗਭਗ 45 ਤੋਂ 50 ਸਾਲ ਤੋਂ ਤੁਸੀਂ ਅਬੋਹਰ ਦੇ ਵਿੱਚ ਸਿਆਸਤ ਕਰ ਰਹੇ ਹੋ। ਇਸ ਵਿਸ਼ੇ ਤੇ ਧਿਆਨ ਕਿਉਂ ਨਹੀਂ ਗਿਆ? ਕਿਉਂ ਇੰਨਾ ਰੈਂਕ ਜਿਹੜਾ ਪਿੱਛੇ ਚਲਾ ਗਿਆ? ਕਿਉਂ ਇਹ ਸਰਵੇ ਦੇ ਵਿੱਚ ਅਬੋਹਰ ਨੂੰ ਇਹ ਸਾਹਮਣਾ ਕਰਨਾ ਪਿਆ ਕਿ ਅਬੋਹਰ ਬਹੁਤ ਗੰਦਾ ਸ਼ਹਿਰ ਹੈ? ਰਵੀ ਜੀ, ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਊਂਗਾ। 2002 ਦੇ ਵਿੱਚ ਜਾਖੜ ਸਾਹਿਬ ਜਦੋਂ ਪਹਿਲੀ ਵਾਰ ਵਿਧਾਇਕ ਬਣੇ ਸੀ, ਉਸ ਟਾਈਮ ਵੀ ਸ਼ਹਿਰ ਦੇ ਬਹੁਤ ਮਾੜੇ ਹਾਲਾਤ ਸੀ ਐਂਡ ਅਬੋਹਰ ਦਾ ਇੱਕ ਇਤਿਹਾਸ ਰਿਹਾ। ਜਦੋਂ ਵੀ ਕੋਈ ਕਾਂਗਰਸ ਦੀ ਸਰਕਾਰ ਨਹੀਂ ਆਈ, ਨਾਨ ਕਾਂਗਰਸ ਸਰਕਾਰ ਆਈ ਹੈ, ਸਪੈਸ਼ਲੀ ਅਕਾਲੀ ਬੀਜੇਪੀ, 2002 ਤੋਂ 7 ਜਾਖੜ ਸਾਹਿਬ ਨੇ ਪਹਿਲੀ ਵਾਰ ਵਿਧਾਇਕ ਬਣੇ, ਉਹਨਾਂ ਨੇ ਬਹੁਤ ਕੰਮ ਕਰਾ, ਸ਼ਹਿਰ ਨੂੰ ਮਤਲਬ ਆਪਣੇ ਪੈਰਾਂ ਤੇ ਖੜਾ ਕੀਤਾ। ਉਹਦੀ ਬਦੌਲਤ ਸੀ ਉਹ ਮਤਲਬ ਇੱਕ ਭਾਰੀ ਮੈਂਡੇਟ ਨਾਲ ਵਾਪਸ ਜਿੱਤੇ। ਲੇਕਿਨ 2007 ਤੋਂ 17 ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਸਿਰਫ ਸੁਨੀਲ ਜਾਖੜ ਜੀ ਨੂੰ ਥੱਲੇ ਦਿਖਾਉਣ ਵਾਸਤੇ ਸਾਡੇ ਅਬੋਹਰ ਦੇ ਵਿੱਚ 10 ਸਾਲ 2007 ਤੋਂ 17 ਇੱਕ ਪੱਥਰ ਸੁਖਬੀਰ ਬਾਦਲ ਜੀ ਲਾ ਕੇ ਗਏ ਸੀ ਇੱਥੇ, ਉਹਦੇ ਇਲਾਵਾ ਇੱਕ ਪੈਸੇ ਦਾ ਕੰਮ ਨਹੀਂ ਹੋਇਆ। ਜਸਟ ਟੂ ਸੁਨੀਲ ਜਾਖੜ ਜੀ, ਕਿਉਂਕਿ ਉਹ ਹਮੇਸ਼ਾ ਫਿਰ ਉਹਦੇ ਬਾਅਦ ਉਹ ਵਿਪਕਸ਼ ਦੇ ਲੀਡਰ ਬਣੇ, ਔਖੇ ਸਵਾਲ ਹਮੇਸ਼ਾ ਸਰਕਾਰ ਨੂੰ ਘੇਰਦੇ ਸੀ, ਤੱਥਾਂ ਦੇ ਉੱਤੇ ਘੇਰਦੇ ਸੀ। ਸੁਨੀਲ ਜਾਖੜ ਜੀ ਨੂੰ ਥੱਲੇ ਦਿਖਾਉਣ ਵਾਸਤੇ ਡਿਵੈਲਪਮੈਂਟ ਦੇ ਪੱਖੋਂ ਬਿਲਕੁਲ ਨਿਗਲੈਕਟ ਕੀਤਾ ਗਿਆ। ਇਟ ਇਜ਼ ਅ ਫੈਕਟ, ਸਾਡਾ ਸ਼ਹਿਰ ਖੰਡਰ ਬਣ ਗਿਆ ਸੀਗਾ। ਉਹਦੇ ਬਾਅਦ 2017 ਦੇ ਵਿੱਚ ਜਦੋਂ ਸਰਕਾਰ ਬਣੀ ਕਾਂਗਰਸ ਪਾਰਟੀ ਦੀ, ਪਹਿਲੇ ਤਾਂ ਅਸੀਂ ਵੀ ਘਬਰਾ ਗਏ ਸੀ। ਸੁਨੀਲ ਜੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਵੀ ਸੰਦੀਪ ਆਪਾਂ ਹਾਰ ਗਏ, ਨੋ ਪ੍ਰੋਬਲਮ, ਹਾਰ ਜਿੱਤ ਚੱਲਦੀ ਰਹਿੰਦੀ ਹੈ, ਲੇਕਿਨ ਆਪਣਾ ਸ਼ਹਿਰ ਹੈ, ਆਪਣੀ ਸਰਕਾਰ ਬਣੀ ਹੈ ਐਂਡ ਆਪਾਂ ਇਹਨੂੰ ਇੱਕ ਵਾਰੀ ਫੇਰ ਅਬੋਹਰ ਦੀ ਆਬਾ ਬਾਲ ਕਰਨੀ। ਤੇ ਅਸੀਂ, ਮੈਂ ਜ਼ੀਰੋ ਵੀ ਨਹੀਂ ਕਹੂੰਗਾ, ਅਸੀਂ ਮਾਈਨਸ ਤੋਂ ਸ਼ੁਰੂ ਹੋਏ ਐਂਡ ਹੌਲੀ ਹੌਲੀ ਸਟਰੀਟ ਬਾਏ ਸਟਰੀਟ, ਪਿੰਡ ਬਾਏ ਪਿੰਡ ਅਸੀਂ ਮਤਲਬ ਕੰਮ ਸ਼ੁਰੂ ਕੀਤਾ ਐਂਡ ਉਹਦਾ ਨਤੀਜਾ ਤੁਹਾਡੇ ਸਾਹਮਣੇ ਹੈ। ਅਸੀਂ ਮਤਲਬ ਅਬੋਹਰ ਦੀ ਜਿਹੜੀ ਵਿਕਾਸ ਦੀ ਪਟੜੀ, ਜਿਹੜੀ ਰੇਲ ਗੱਡੀ ਪਟੜੀ ਤੋਂ ਉਤਰ ਗਈ ਸੀ, ਉਹਨੂੰ ਅਸੀਂ ਵਾਪਸ ਟਰੈਕ ਤੇ ਲੈ ਕੇ ਆਏ। ਗੱਡੀ ਸਾਡੀ ਹੁਣ ਰੁੜਨ ਲੱਗੀ ਹੈ ਐਂਡ ਮੈਂ ਤੁਹਾਨੂੰ ਥੋੜਾ ਦੱਸਣਾ ਚਾਹੁੰਦਾ, ਮਤਲਬ ਸਰਕਾਰੀ ਕਾਲਜ ਸਾਡਾ ਅਬੋਹਰ ਦੇ ਵਿੱਚ, ਜਾਖੜ ਸਾਹਿਬ ਨੇ ਵਾਅਦਾ ਕੀਤਾ ਸੀ, ਸੈਸ਼ਨ ਚਾਲੂ ਹੋ ਗਿਆ ਡਿਊ ਟੂ ਕੋਵਿਡ, ਉਹ ਥੋੜਾ ਜਿਹਾ ਬਿਲਡਿੰਗ ਜਿਹੜੀ ਇਨਫਰਾਸਟ੍ਰਕਚਰ ਹੈ 2 ਮੰਜ਼ਿਲਾਂ ਬਣ ਚੁੱਕੀ ਹੈ, ਆਲਰੇਡੀ ਕੈਂਪਸ ਤਿਆਰ ਹੋ ਰਿਹਾ। ਮੈਨੂੰ ਉਮੀਦ ਹੈ ਵੀ ਇਨ ਫਿਊ ਮੰਥਸ ਕੈਂਪਸ ਸ਼ੁਰੂ ਹੋ ਜਾਊਗਾ। ਪਿੰਡ ਸੱਪਾਣੀ ਵਿਖੇ ਵੈਟਨਰੀ ਰਿਸਰਚ ਐਂਡ ਕਾਲਜ ਸੈਂਟਰ, ਮਤਲਬ ਪੰਜਾਬ ਦੇ ਵਿੱਚ ਸਿਰਫ 2 ਹੈ, ਤੀਜਾ ਸਾਡੇ ਉੱਥੇ ਬਣ ਰਿਹਾ ਹੈ। ਵਰਕ ਇਜ਼ ਗੋਇੰਗ ਔਨ, ਇਟ ਇਜ਼ ਇਨ ਪ੍ਰੋਗਰੈਸ। 4 ਲੇਨਿੰਗ ਦਾ ਕੰਮ ਅਸੀਂ ਸਾਡੇ ਸ਼ਹਿਰ ਦੇ ਵਿੱਚ ਹੋ ਰਿਹਾ ਹੈ, ਸੜਕਾਂ ਦਾ ਕੰਮ ਹੋ ਰਿਹਾ, ਪਿੰਡਾਂ ਦੇ ਵਿੱਚ ਵਾਟਰ ਵਰਕਸ ਨਵੇਂ ਬਣ ਰਹੇ ਹੈ, ਪਲੇਗਰਾਊਂਡ ਸਾਡੇ ਅਬੋਹਰ ਦੇ ਵਿੱਚ, ਸਟੇਡੀਅਮ, ਇੱਕ ਨਵਾਂ ਸਟੇਡੀਅਮ, ਵੱਡਾ ਸਟੇਡੀਅਮ ਬਣ ਰਿਹਾ, 2 ਪਲੇਗਰਾਊਂਡਸ, ਇੱਕ ਇੰਦਰਾ ਨਗਰੀ ਹੈ, ਉੱਥੇ ਪਲੇਗਰਾਊਂਡ ਸਾਡਾ ਬਣ ਰਿਹਾ ਜਿੱਥੇ ਕੂੜੇ ਦੇ ਡੰਪ ਸੀ। ਇੱਕ ਅਜੀਮਗੜ੍ਹ ਦੇ ਵਿੱਚ ਨਵਾਂ ਬੈਡਮਿੰਟਨ ਹਾਲ ਇੰਡੋਰ ਬਣ ਚੁੱਕਿਆ ਹੈ, ਕੰਮ ਚੱਲ ਰਿਹਾ ਹੈ। ਪਾਰਕਸ ਦਾ ਨਿਰਮਾਣ ਹੋ ਰਿਹਾ ਹੈ। ਸਾਡਾ ਇੱਕ ਆਬਾ ਸਕੁਆਇਰ ਅਸੀਂ ਬਣਾ ਰਹੇ ਹਾਂ ਜਿੱਥੇ ਪੁਰਾਣਾ ਵਾਟਰ ਵਰਕਸ ਹੁੰਦਾ ਸੀ। ਉਹ ਜਗ੍ਹਾ ਹੈ ਜਿਹੜੀ ਅਕਾਲੀ ਸਰਕਾਰ ਨੇ ਉੱਥੇ ਕਬਜ਼ਾ ਕਰਵਾਇਆ ਸੀ। ਜਾਖੜ ਸਾਹਿਬ ਨੇ ਆਹ ਮੁੱਦਾ ਵਿਧਾਨ ਸਭਾ 'ਚ ਵੀ ਚੁੱਕਿਆ ਸੀ ਜਦੋਂ ਵਿਪਕਸ਼ ਦੇ ਪ੍ਰਧਾਨ ਸੀਗੇ, ਵਿਪਕਸ਼ ਦੇ ਲੀਡਰ ਸੀ ਐਂਡ ਅਸੀਂ ਜਦੋਂ ਸਰਕਾਰ ਆਈ, ਅਸੀਂ ਕੋਰਟ ਗਏ, ਅਸੀਂ ਕੇਸ ਲੜਿਆ। ਉਹ ਜਿਹਦੀ
ਲੋਕਾਂ ਦੀ ਅਬੋਹਰ ਦੀ ਜਗ੍ਹਾ ਸੀਗੀ ਜਿਹੜੀ ਲੋਕਾਂ ਨੇ ਅਕਾਲੀਆਂ ਨੇ ਕਬਜ਼ਾ ਕਰਵਾਇਆ ਸੀ, ਅਸੀਂ ਉਹਨੂੰ ਵਾਪਸ ਸ਼ਹਿਰ ਨੂੰ ਦਵਾਈ। ਉੱਥੇ ਨਵਾਂ ਆਬਾ ਸਕੁਆਇਰ ਅਸੀਂ ਨਿਰਮਾਣ ਕਰ ਰਹੇ, ਮਿਨੀ ਸੈਕਟਰੀਏਟ ਬਣਨ ਜਾਊਗਾ ਉੱਥੇ। ਸਕੂਲਾਂ ਦਾ ਮਤਲਬ ਜਿਹੜੇ ਉਹ ਤਾਂ ਤੁਹਾਨੂੰ ਪਤਾ, ਜਿਹੜੇ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਸਰਵੇ ਸੀ, ਪੰਜਾਬ ਵਾਸ ਰੈਂਕ ਨੰਬਰ 1 ਪੰਜਾਬ ਦੇ ਸਰਕਾਰੀ ਸਕੂਲ। ਅੱਜ ਸਾਡੇ ਅਬੋਹਰ ਦੇ ਜਿਹੜੇ ਸਰਕਾਰੀ ਸਕੂਲ ਹੈ ਪ੍ਰਾਈਵੇਟ ਸਕੂਲਾਂ ਨੂੰ ਮਤਲਬ ਉਹਨਾਂ ਦਾ ਮੁਕਾਬਲਾ ਕਰ ਰਹੇ ਇਨ ਟਰਮਸ ਆਫ ਇਨਫਰਾਸਟ੍ਰਕਚਰ, ਇਨ ਟਰਮਸ ਆਫ ਸਟੂਡੈਂਟ ਸਟਰੈਂਥ, ਇਨ ਟਰਮਸ ਆਫ ਟੀਚਰਸ। ਮਤਲਬ ਬਹੁਤ ਵੱਡਾ ਪੰਜਾਬ ਸਰਕਾਰ ਦਾ, ਕਾਂਗਰਸ ਪਾਰਟੀ ਦਾ ਉਪਰਾਲਾ ਸੀ ਜਿਹੜੀ ਐਜੂਕੇਸ਼ਨ ਦੇ ਵਿੱਚ ਇੰਨਾ ਅਸੀਂ ਸੁਧਾਰ ਕੀਤਾ ਹਰ ਪੱਖੋਂ। ਮਤਲਬ ਅਸੀਂ ਅਬੋਹਰ ਦੀ ਜੇ ਮੈਂ ਗੱਲ ਕਰਾਂ, ਮਤਲਬ ਜ਼ਮੀਨ ਆਸਮਾਨ ਦਾ ਫਰਕ ਆਇਆ ਹੈ। ਵੀ ਹੈਵ ਅਚੀਵਡ ਅ ਲੋਟ ਐਂਡ ਵੀ ਹੈਵ ਅ ਲੋਟ ਆਫ ਥਿੰਗਸ ਟੂ ਅਚੀਵ। ਤੁਸੀਂ ਜਦੋਂ ਸ਼ਹਿਰ ਦੇ ਵਿੱਚ ਸੀਵਰੇਜ ਦਾ ਕੰਮ ਚੱਲ ਰਿਹਾ, ਉਹ ਬੀਜੇਪੀ ਦੇ ਵਿਧਾਇਕ ਨੇ ਜਿਹੜੇ, ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤ ਸਕੀਮ ਦੇ ਤਹਿਤ, ਕੇਂਦਰ ਸਰਕਾਰ ਦੀ ਸਕੀਮ ਦੇ ਤਹਿਤ ਇਹ ਕੰਮ ਉਹਨਾਂ ਨੇ ਸ਼ੁਰੂ ਕਰਵਾਇਆ ਸੀ। ਕਹਿੰਦੇ ਜਾਖੜ ਪਰਿਵਾਰ ਤਾਂ ਸਿਰਫ ਆਪਣਾ ਟੈਗ ਲਾ ਰਿਹਾ ਕਿ ਅਸੀਂ ਕਰਵਾਇਆ। ਕਹਿੰਦੇ ਸ਼ੁਰੂਆਤ ਮੈਂ ਕਰਵਾਈ ਸੀ, ਪਾਣੀ ਖੜਦਾ ਸੀ, ਪਾਣੀ ਦੇ ਵਿੱਚ ਖੜ ਕੇ ਫੋਟੋ ਕਰਵਾ ਕੇ ਭੇਜਣੀਆਂ ਮੈਂ ਕਿ ਦੇਖੋ ਜੀ ਸਾਡਾ ਬਹੁਤ ਬੁਰਾ ਹਾਲ ਹੈ ਬੋਰ ਦੇ ਵਿੱਚ, ਇਹਦਾ ਕੰਮ ਕਰਵਾਇਆ ਜਾਵੇ। ਕਹਿੰਦੇ ਸਪੈਸ਼ਲੀ ਫਾਈਲਾਂ ਪੁੱਟ ਅਪ ਕਰਵਾਈਆਂ ਕੇਂਦਰ ਸਰਕਾਰ ਨੂੰ, ਕੇਂਦਰ ਸਰਕਾਰ ਤੋਂ ਮਦਦ ਕੀਤੀ ਕਿਉਂਕਿ ਪੰਜਾਬ ਸਰਕਾਰ ਦੇ ਹੱਥ ਨਹੀਂ ਪੈਂਦਾ ਸੀ। ਦੇਖੋ ਬੀਜੇਪੀ ਦੀ, ਸਾਡੇ ਵਿਧਾਇਕ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ, ਬੀਜੇਪੀ ਐਜ਼ ਅ ਪਾਰਟੀ ਹਮੇਸ਼ਾ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਆ ਜਿਹੜੀ ਜਿਸ ਸਕੀਮ ਦੀ ਇਹ ਗੱਲ ਕਰ ਰਹੇ ਹੈ, ਅਮਰੂਤ ਯੋਜਨਾ ਦੀ ਗੱਲ ਕਰ ਰਹੇ ਹੈ, ਮੈਂ ਥੋੜਾ ਜਿਹਾ ਮੈਂ ਤੁਹਾਨੂੰ ਰਿਕੁਐਸਟ ਵੀ ਕਰੂੰਗਾ ਵੀ ਤੁਸੀਂ ਪਲੀਜ਼ ਆ ਜਾ ਕੇ ਵੈਰੀਫਾਈ ਵੀ ਕਰਿਆ ਜੇ। ਮਤਲਬ ਤੁਸੀਂ ਐਵਰੀਥਿੰਗ ਇਜ਼ ਗਵਰਨਮੈਂਟ ਆਫ ਇੰਡੀਆ ਦੀ ਸਾਈਟ ਤੇ ਐਵਰੀਥਿੰਗ ਇਜ਼ ਅਵੇਲੇਬਲ। 2005 ਦੇ ਵਿੱਚ ਜਦੋਂ ਯੂਪੀਏ ਦੀ ਸਰਕਾਰ ਸੀ, ਮਨਮੋਹਨ ਸਿੰਘ ਜੀ ਵਾਸ ਪ੍ਰਾਈਮ ਮਿਨਿਸਟਰ, ਸਕੀਮ ਉਹਨਾਂ ਨੇ ਲਾਂਚ ਕੀਤੀ ਸੀ ਜਵਾਹਰ ਲਾਲ ਨਹਿਰੂ ਅਰਬਨ ਰਿਨਿਊਅਲ ਮਿਸ਼ਨ ਜੀ, ਸ਼ਹਿਰਾਂ ਵਾਸਤੇ। ਠੀਕ ਹੈ, ਉਹਦੇ ਵਿੱਚ ਮਤਲਬ ਦੈਟ ਵਾਸ ਦਾ ਓਰੀਜਨਲ ਸਕੀਮ। ਉਹ ਸ਼ੁਰੂ ਹੀ 2005 ਦੇ ਵਿੱਚ ਐਂਡ ਮਤਲਬ ਸੈਕੰਡ ਫੇਜ਼ ਉਹਦੇ ਵਿੱਚ ਸੀਗਾ। ਦੈਟ ਵਾਸ ਵੈਨ ਕਮਲ ਨਾਥ ਜੀ ਜਿਹੜੇ ਉਸ ਟਾਈਮ ਅਰਬਨ ਮਿਨਿਸਟਰ ਕੈਬਨਿਟ ਮੰਤਰੀ ਸੀਗੇ, ਉਸ ਟਾਈਮ ਅਬੋਹਰ ਦਾ ਨਾਂ ਇਸ ਸਕੀਮ ਦੇ ਵਿੱਚ ਆਇਆ ਸੀਗਾ ਐਂਡ ਦੈਟ ਵਾਸ ਡਿਊਰਿੰਗ ਯੂਪੀਏ ਦੇ ਰਜੀਮ। ਉਹਦੇ ਬਾਅਦ ਜਦੋਂ ਯੂਪੀਏ ਦੀ ਸਰਕਾਰ ਟੈਨਿਓਰ ਖਤਮ ਹੋ ਗਿਆ, ਦੈਨ ਐਨਡੀਏ ਦੀ ਸਰਕਾਰ ਬਣਦੀ ਹੈ, ਓਨਲੀ ਥਿੰਗ ਦੇ ਡਿਡ ਵਾਸ ਆ ਜਿਹੜੀ JNM ਜਵਾਹਰ ਲਾਲ ਨਹਿਰੂ ਅਰਬਨ ਰਿਨਿਊਅਲ ਦਾ ਨਾਂ ਉਹਨਾਂ ਨੇ ਅਮਰੂਤ ਕਰਤਾ। ਸਕੀਮ ਉਹੀ ਹੈ ਤੇ ਉਹੀ ਮੈਂ ਤੁਹਾਨੂੰ ਕਹਿ ਰਿਹਾ। ਇਹਨਾਂ ਜਿਵੇਂ ਆਪਾਂ ਮਨਰੇਗਾ ਦੀ ਜੇ ਗੱਲ ਕਰੀਏ, ਅੱਜ ਸਾਡੇ ਅਬੋਹਰ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਜਿੰਨਾ ਕੰਮ ਅਸੀਂ ਮਨਰੇਗਾ ਦੇ ਥਰੂ ਕਰਾਇਆ, 10 ਸਾਲ 2007 ਤੋਂ 17 ਇੱਕ ਪੈਸਾ ਸਾਡੇ ਮਨਰੇਗਾ ਦਾ ਨਹੀਂ ਲੱਗਿਆ ਸੀ ਇਨ ਟਰਮਸ ਆਫ ਉਹਦਾ ਮਟੀਰੀਅਲ ਦਾ। ਅੱਜ ਅਸੀਂ ਕਰੋੜਾਂ ਰੁਪਈਆ ਖਰਚ ਕਰਤਾ ਹੈ। ਸਕੀਮ ਤਾਂ ਉਹੀ ਹੈ ਜਿਹੜੀ ਯੂਪੀ ਮਨਮੋਹਨ ਸਿੰਘ ਜੀ ਨੇ ਲਾਂਚ ਕੀਤੀ ਸੀ। ਅੱਜ ਜੋ ਬੀਜੇਪੀ ਵਾਲੇ ਕਹਿ ਦੇਣ ਵੀ ਨਹੀਂ ਆ ਤਾਂ ਸਾਡੀ ਸਕੀਮ ਹੈ, ਸੋ ਇਹ ਲੋਕਾਂ ਨੂੰ ਗੁੰਮਰਾਹ ਕਰਦੇ। ਸੋ ਦਿਸ ਵਾਸ ਦਾ ਓਰੀਜਨਲ ਸਕੀਮ ਐਂਡ ਆਬਵੀਅਸਲੀ ਜਦੋਂ ਟੈਨਿਓਰ ਐਨਡੀਏ ਦਾ ਆ ਗਿਆ ਉਸ ਟਾਈਮ ਕੰਮ ਸ਼ੁਰੂ ਹੋਇਆ ਸੀ। ਕਿਸ ਪੱਖੋਂ ਕਹਿ ਰਹੇ ਵੀ ਅਸੀਂ ਸ਼ੁਰੂ ਕਰਾਈਏ, ਸੋ ਇਹ ਲੋਕਾਂ ਨੂੰ ਗੁੰਮਰਾਹ ਕਰਨ ਦੀ ਇਹਨਾਂ ਦੀ ਪੁਰਾਣੀ ਆਦਤ ਹੈ। ਜਾਖੜ ਸਾਹਿਬ, ਇੰਡਸਟਰੀ ਦੀ ਬਹੁਤ ਵੱਡੀ ਕਮੀ ਅਬੋਹਰ ਦੇ ਵਿੱਚ ਹੈ ਕਿਉਂਕਿ ਠੀਕ ਹੈ ਤੁਸੀਂ ਕਿਹਾ ਕਿ ਸ਼ਹਿਰ ਦੀ ਡਿਵੈਲਪਮੈਂਟ ਸਭ ਤੋਂ ਪਹਿਲਾਂ ਜ਼ਰੂਰੀ ਸੀ ਕਿ ਅਸੀਂ ਉਹਨੂੰ ਸਾਫ਼ ਸੁਥਰਾ ਰੱਖੀਏ, ਲੋਕਾਂ ਤੱਕ ਜਾਣੀ ਘਰ ਘਰ ਤੱਕ ਪੱਕੀ ਸੜਕ ਪੱਕੀ ਗਲੀ ਪਹੁੰਚੇ। ਤੁਸੀਂ ਜ਼ਿਕਰ ਕੀਤਾ ਕਿ ਉਹਦੇ 'ਚ ਤੁਸੀਂ ਕਾਮਯਾਬ ਹੋਏ ਹੋ। ਇੰਡਸਟਰੀ ਦੀ ਬਹੁਤ ਵੱਡੀ ਕਮੀ ਆ, ਇਹਦੇ ਵਾਸਤੇ ਕਦੀ ਆਪਣੀ ਸਰਕਾਰ ਦੇ ਕੋਲ ਜਾਂ ਕੋਸ਼ਿਸ਼ ਕੀਤੀ ਤੁਸੀਂ ਆਪਣੇ ਲੈਵਲ ਤੇ, ਕਿਉਂਕਿ ਪ੍ਰਧਾਨ ਰਹੇ ਨੇ ਜਾਖੜ ਸਾਹਿਬ, ਤਾਂ ਇਹ ਕਦੇ ਗੱਲ ਕੀਤੀ ਕਿ ਸਾਡੀ ਇੰਡਸਟਰੀ ਆਉਣੀ ਚਾਹੀਦੀ ਆ, ਬੇਰੁਜ਼ਗਾਰੀ ਘੱਟੋ ਘੱਟ ਕੰਟਰੋਲ ਹੋਊਗੀ ਉਹਦੇ ਨਾਲ? ਰਵੀ ਜੀ, ਆ ਇੰਡਸਟਰੀ ਦੀ ਹਮੇਸ਼ਾ ਅਸੀਂ ਡਿਮਾਂਡ ਵੀ ਰੱਖਿਆ ਹੈ, ਗੱਲ ਵੀ ਕੀਤੀ ਹੈ। ਐਂਡ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿਆਂ, ਪਿਛਲੇ 4.5 ਸਾਲਾਂ 'ਚ ਇਨ ਸਪੈਸ਼ਲੀ ਕਿਉਂਕਿ ਸਾਡਾ ਜਿਹੜਾ ਏਰੀਆ ਅਬੋਹਰ ਦੀ ਜੇ ਮੈਂ ਗੱਲ ਕਰਾਂ ਅਰਥ ਵਿਵਸਥਾ ਦੀ, ਸਾਡੀ ਇਕੋਨਮੀ ਦੀ, ਇਟ ਇਜ਼ ਟੋਟਲੀ ਬੇਸਡ ਔਨ ਐਗਰੀਕਲਚਰ। ਮਤਲਬ ਸਾਡਾ ਸਾਰਾ ਕੰਮ, ਸਾਡੀ ਅਬੋਹਰ ਦੀ ਮੰਡੀ ਜਿਹੜੀ ਹੈ ਉਹ ਐਗਰੀਕਲਚਰ ਦੇ ਉੱਤੇ ਬੇਸਡ ਹੈ। ਤੇ ਸਭ ਤੋਂ ਪਹਿਲੇ ਤਾਂ ਅਸੀਂ ਸਾਡੀ ਜਿਹੜੀ ਅਨਾਜ ਮੰਡੀ ਹੈ, ਜਿਹੜਾ ਆਪਾਂ ਕਹਿ ਦਈਏ ਵੀ ਕਿਸਾਨ ਵਾਸਤੇ ਮਤਲਬ ਸਭ ਤੋਂ ਸੇਕਰੇਡ ਪਲੇਸ ਹੈ, ਕਿਉਂਕਿ ਅਲਟੀਮੇਟਲੀ ਉਹਦੀ ਫਸਲ ਉੱਥੇ ਆਣੀ ਹੈ। ਤੇ ਉੱਥੇ ਅਸੀਂ ਕਰੋੜਾਂ ਰੁਪਈਏ ਦਾ ਨਿਰਮਾਣ ਕੀਤਾ ਉੱਥੇ ਉਹਨੂੰ, ਕਿਉਂਕਿ ਉਹ ਵੀ ਇੱਕ ਖੰਡਰ ਬਣ ਚੁੱਕੀ ਸੀ। ਐਂਡ ਆਫਟਰ ਸੋ ਮਨੀ ਮਤਲਬ ਅਰਸਾ ਬਾਅਦ ਉੱਥੇ ਅਸੀਂ ਡਿਵੈਲਪਮੈਂਟ ਕੀਤੀ। ਇੱਥੇ ਸਾਡੇ ਏਰੀਆ ਦੇ ਵਿੱਚ ਕਾਟਨ ਦੇ ਇਲਾਵਾ ਅੱਜ ਦੇ ਦਿਨ ਜਿਹੜਾ ਮੇਜਰ ਕ੍ਰੌਪ ਮੈਂ ਜਿਹਨੂੰ ਕਹੂੰਗਾ ਉਹ ਹੈ ਕਿੰਨੂ, ਸਿਟਰਸ।
ਮਤਲਬ ਆਲਮੋਸਟ ਲਗਭਗ 70% ਹੁਣ ਫਸਲ ਸਾਡੀ ਜਿਹੜੀ ਹੈ ਕਿੰਨੂ ਦੀ ਹੈ ਜੀ। ਉਹਦੇ ਵਾਸਤੇ ਅਸੀਂ ਕਿੰਨੂ ਦੀ ਮੰਡੀ ਦਾ ਨਿਰਮਾਣ ਕੀਤਾ। ਉੱਥੇ 5 ਕਰੋੜ ਦੀ ਲਾਗਤ ਦੇ ਨਾਲ ਤਾਂ ਸਿਰਫ ਕੱਲਾ ਸ਼ੈੱਡ ਹੀ, ਮਤਲਬ ਅਸੀਂ ਕਿੰਨੂ ਦਾ ਜਿਹੜਾ ਬਹੁਤ ਸਾਲਾਂ ਤੋਂ ਡਿਮਾਂਡ ਸੀ ਉਹ ਬਣਾ ਕੇ ਮੰਡੀ ਹੁਣ ਸ਼ੁਰੂ ਹੋ ਚੁੱਕੀ ਹੈ। ਜਦੋਂ ਪਹਿਲੀ ਕਾਂਗਰਸ ਸਰਕਾਰ ਸੀ 2002 ਤੋਂ 7 ਦੇ ਦੌਰਾਨ, ਉੱਥੇ ਇੱਕ ਨਵੀਂ ਮਤਲਬ ਜੂਸ ਫੈਕਟਰੀ ਦਾ ਵੀ ਉਸ ਟਾਈਮ ਸ਼ੁਰੂਆਤ ਹੋਈ ਸੀ, ਬਟ ਅਨਫੋਰਚੂਨੇਟਲੀ ਜਦੋਂ ਉਹ ਸਰਕਾਰ ਚੇਂਜ ਹੋ ਗਈ 2007 ਦੇ ਵਿੱਚ, ਅਕਾਲੀ ਦਲ ਦੀ ਸਰਕਾਰ ਆਈ, ਉਸ ਫੈਕਟਰੀ ਨੂੰ ਉਹਨਾਂ ਨੇ ਟੋਟਲੀ ਨਿਗਲੈਕਟ ਕੀਤਾ। ਕਿਉਂਕਿ ਸੋਚ ਸਾਡੀ ਆਈ ਸੀ ਕਾਂਗਰਸ ਪਾਰਟੀ ਦੀ ਤੇ ਜਾਖੜ ਸਾਹਿਬ ਦੀ ਵੀ ਕਿਉਂਕਿ ਕਿੰਨੂ ਇਜ਼ ਦਾ ਰॉ ਮਟੀਰੀਅਲ, ਤੇ ਉਸ ਟਾਈਮ ਸਪੈਸ਼ਲੀ ਇਟਲੀ ਤੋਂ ਮਸ਼ੀਨਾਂ ਆਈ ਸੀ ਵੀ ਕਿੰਨੂ ਦੀ ਵੈਲਿਊ ਐਡੀਸ਼ਨ ਕਿਵੇਂ ਕਰੀਏ ਤਾਂ ਕਿ ਆਪਣੇ ਇੱਥੇ ਜਿਹੜਾ ਖੇਤੀਬਾੜੀ ਨੂੰ ਬੜਾਵਾ ਮਿਲੇ, ਉਹਦੇ ਵਿੱਚ ਹੋਰ ਮੁਨਾਫਾ ਹੋਵੇ, ਬਟ ਉਹਨੂੰ ਨਿਗਲੈਕਟ ਕਰ ਦਿੱਤਾ ਗਿਆ। ਤੇ ਹੁਣ ਸਾਡਾ ਮਤਲਬ ਲਗਾਤਾਰ ਆ ਪ੍ਰਯਾਸ ਰਿਹਾ ਵੀ ਇਹਨੂੰ ਆਪਾਂ ਵਾਪਸ ਕਿਵੇਂ ਨਾ ਕਿਵੇਂ ਇਹਨੂੰ ਵਾਪਸ ਉਹਨੂੰ ਆਪਾਂ ਕਰੀਏ ਮੁੜ ਸੁਰਜੀਤ ਕੀਤਾ ਜਾਵੇ। ਹੁਣ ਸਬਜ਼ੀਆਂ ਦੇ ਹੋਰ ਵੈਜੀਟੇਬਲ, ਜਿਵੇਂ ਸਰਕਾਰ ਵੀ ਡਾਈਵਰਸਿਫਿਕੇਸ਼ਨ ਦੀ ਗੱਲ ਕਰ ਰਹੀ ਹੈ, ਕ੍ਰੌਪ ਡਾਈਵਰਸਿਫਿਕੇਸ਼ਨ, ਤੇ ਉੱਥੇ ਹੀ ਪੰਜਾਬ ਐਗਰੋ ਹੁਣ ਨਵੀਂ ਮਸ਼ੀਨਾਂ ਲਾ ਰਹੀ ਹੈ ਐਂਡ ਦੇ ਆਰ ਡੂਇੰਗ ਸੈਮੀਨਾਰ, ਲੋਕਾਂ ਨੂੰ ਕਰ ਰਹੇ, ਪ੍ਰੇਰਿਤ ਕਰ ਰਹੇ ਆ ਵੀ ਆਪਾਂ ਇਸ ਪੱਲੇ ਵੀ ਇਸ ਪੱਖੇ ਥੋੜਾ ਜਾਈਏ ਵੈਜੀਟੇਬਲਸ ਦੇ ਥਰੂ, ਜਾਂ ਤਾਂ ਕਿ ਵੈਲਿਊ ਐਡੀਸ਼ਨ ਹੋਵੇ, ਨਵੀਂ ਆਪਾਂ ਕੋਈ ਕਰੀਏ ਉਹਦੇ ਵਿੱਚ। ਐਂਡ ਈਵਨ ਅਦਰਵਾਈਜ਼ ਮੇਰਾ ਮੰਨਣਾ ਹੈ ਅਬੋਰ ਦੇ ਅਗੇਨ ਮੈਂ ਜੇ ਗੱਲ ਕਰਾਂ, ਇੱਥੇ ਕੋਈ ਵੀ ਜੇ ਇੰਡਸਟਰੀ ਆਊਗੀ ਬਿਕੋਜ਼ ਆਫ ਦ ਲੋਕੇਸ਼ਨ, ਅਸੀਂ ਬਾਰਡਰ ਤੇ ਬੈਠੇ ਹਾਂ ਤੇ ਹੈਜ਼ ਟੂ ਬੀ ਐਗਰੋ ਬੇਸਡ, ਤੇ ਅਸੀਂ ਲਗਾਤਾਰ ਪ੍ਰਯਾਸ ਕਰ ਰਹੇ ਹਾਂ। ਕਿਉਂਕਿ ਤੁਸੀਂ ਜਿਹੜੀ ਬੇਰੋਜ਼ਗਾਰੀ ਦੀ ਗੱਲ ਕੀਤੀ, ਇਟ ਇਜ਼ ਅ ਫੈਕਟ, ਇਟ ਇਜ਼ ਅ ਹਾਰਡ ਫੈਕਟ। ਆਪਣੇ ਬੱਚੇ ਬਾਹਰ ਮਤਲਬ ਜਾਣ ਨੂੰ, ਹਰ ਬੰਦਾ ਬਾਹਰ ਜਾਣਾ ਚਾਹੁੰਦਾ ਹੈ, ਵਿਦੇਸ਼ ਜਾਣਾ ਚਾਹੁੰਦਾ ਹੈ, ਜਿਹੜਾ ਕੋਈ ਜਾ ਸਕਦਾ ਹੈ। ਕਿਉਂ ਆਪਣੇ ਬੱਚੇ ਬਾਹਰ ਜਾਣ, ਕਿਉਂ ਉੱਥੇ ਧੱਕੇ ਖਾਣ? ਸੋ ਦੈਟ ਇਜ਼ ਇਸ਼ੂ ਐਂਡ ਅਸੀਂ ਪੂਰਾ ਪ੍ਰਯਾਸ ਕਰ ਰਹੇ ਵੀ ਇੰਡਸਟਰੀ ਦਾ ਜ਼ਰੂਰ ਕੋਈ ਨਾ ਕੋਈ ਸਿਸਟਮ ਹੋਣਾ ਚਾਹੀਦਾ। ਜਾਖੜ ਸਾਹਿਬ, ਪਿਛਲੇ 4.5 ਸਾਲ ਦਾ ਲੋਕ ਹਿਸਾਬ ਭਾਲਦੇ ਨੇ। ਹਾਂਜੀ, ਤੁਹਾਡੇ ਕੋਲੋਂ ਵੀ ਸਵਾਲ ਹੁੰਦੇ ਹੋਣਗੇ ਜਦੋਂ ਵੀ ਤੁਸੀਂ ਜਾਂਦੇ ਹੋ ਕਿ ਠੀਕ ਹੈ ਪਿਛਲੇ 4.5 ਸਾਲ, ਹੁਣ ਠੀਕ ਹੈ ਡਿਵੈਲਪਮੈਂਟ ਦੇ ਵੱਲ ਸਰਕਾਰ ਦਾ ਥੋੜਾ ਜਿਹਾ ਰੁਖ ਹੋਇਆ। ਚੰਨੀ ਸਾਹਿਬ ਨੇ ਆਉਂਦਿਆਂ ਕਿਹਾ ਕਿ ਕੋਈ ਗੱਲ ਨਹੀਂ, ਖਜ਼ਾਨਾ ਬਿਲਕੁਲ ਖਾਲੀ ਨਹੀਂ ਹੈਗਾ, ਖਜ਼ਾਨਾ ਭਰਿਆ ਤੇ ਤੁਹਾਡਾ ਤੇ ਤੁਹਾਡੇ ਤੇ ਲੱਗੂਗਾ। ਉਹਨਾਂ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕੀਤੀ। ਲੋਕ ਕਹਿੰਦੇ ਫਿਰ ਪਿਛਲੇ 4.5 ਸਾਲ ਤੁਸੀਂ ਕੀ ਕਰਦੇ ਸੀ? ਉਦੋਂ ਇਹ ਸਾਰੇ ਕੰਮ ਕਿਉਂ ਨਹੀਂ ਹੋਏ? ਲੋਕਾਂ ਨੂੰ ਕਿਉਂ ਵੇਟਿੰਗ ਦੇ ਵਿੱਚ ਰੱਖਿਆ ਗਿਆ? 4.5 ਸਾਲ ਦਾ ਸਮਾਂ ਖਰਾਬ ਕਿਉਂ ਕੀਤਾ ਕਾਂਗਰਸ ਨੇ? ਨਹੀਂ ਰਵੀ ਜੀ, ਦੇਖੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਆ। ਜੇ ਮੈਂ ਤਾਂ ਅਬੋਰ ਦੀ ਗੱਲ ਕਰ ਸਕਦਾ। ਹੁਣ ਸਾਡੇ ਜਿਹੜੀ ਹੁਣ ਡਿਵੈਲਪਮੈਂਟ, ਮੈਂ ਜਿਵੇਂ ਪਿੰਡਾਂ ਦੀ ਗੱਲ ਕਰ ਰਿਹਾ ਸੀ, ਹਰ ਪਿੰਡ ਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ, ਪਿੰਡ ਦਾ ਰਿਪੋਰਟ ਕਾਰਡ, ਜਿੱਥੇ ਮੈਂ ਪਿੰਡ ਦੇ ਵਿੱਚ ਜਾ ਕੇ ਸਾਡੇ 4.5 ਸਾਲਾਂ ਦਾ ਔਨ ਫੈਕਟਸ, ਹਕੀਕਤ ਜਿਹੜੀ ਹੈ ਵੀ ਅਸੀਂ ਕੀ ਕੁਝ ਤੁਹਾਡੇ ਪਿੰਡ ਦੇ ਵਿੱਚ ਪਿਛਲੇ 4.5 ਸਾਲਾਂ 'ਚ ਕੀਤਾ, ਅਸੀਂ ਪੇਸ਼ ਕਰ ਰਹੇ ਹਾਂ। ਤੇ ਆ ਜਿਹੜੇ ਹੁਣ ਮੈਂ ਤੁਹਾਨੂੰ ਸਾਰੇ ਕੰਮ ਦੱਸ ਰਿਹਾ ਸੀ, ਐਜੂਕੇਸ਼ਨ ਦਾ, ਕਾਲਜਿਸ ਦਾ, ਸੜਕਾਂ ਦਾ, ਵਾਟਰ ਵਰਕਸ ਦਾ, ਪਾਰਕਸ ਦਾ, ਇਹ ਕੋਈ 2 ਮਹੀਨੇ 'ਚ ਤਾਂ ਨਹੀਂ ਹੋਏ, ਵਰਕ ਹੈਜ਼ ਬੀਨ ਗੋਇੰਗ ਔਨ। ਬਟ ਕੁਝ ਇਸ਼ੂ ਸੀਗੀ ਜਿਹੜੀ ਮੈਂ ਸਭ ਤੋਂ ਜਿਵੇਂ ਚੰਨੀ ਸਾਹਿਬ ਦਾ ਮੈਂ ਇੱਕ ਵੱਡਾ ਜਿਹੜਾ ਮੈਂ ਕਹਿੰਦਾ, ਅਸੀਂ ਜਿੱਥੇ ਵੀ ਜਾਂਦੇ ਸੀ, ਸਪੈਸ਼ਲੀ ਕੋਵਿਡ ਦੇ ਆਫਟਰ ਕੋਵਿਡ, ਜਿਹੜਾ ਮਹਿੰਗਾਈ, ਇੱਕ ਤਾਂ ਸੈਂਟਰਲ ਗਵਰਨਮੈਂਟ ਨੇ ਮਤਲਬ ਗੈਸ ਜਿਹੜੀ ਮਨਮੋਹਨ ਸਿੰਘ ਦੇ ਟਾਈਮ ਸਿਲੰਡਰ ਜਿਹੜਾ 400 ਦਾ ਸੀ, ਹੁਣ 950 ਦਾ ਹੈ। ਪੈਟਰੋਲ ਡੀਜ਼ਲ ਦੇ ਕੀ ਮਹਿੰਗਾਈ ਨਹੀਂ ਵੱਧ ਚੁੱਕੀ ਸੀ। ਤੇ ਮੈਂ ਸੀਐਮ ਸਾਹਿਬ ਦਾ ਮਤਲਬ ਦਿਲੋਂ ਸਲੂਟ ਕਰਦਾ ਉਹਨਾਂ ਨੂੰ, ਕਿਉਂ ਅਸੀਂ ਜਿੱਥੇ ਵੀ ਜਾਂਦੇ ਸੀ, ਤੁਸੀਂ ਕਹਿੰਦੇ ਲੋਕੀ ਸਵਾਲ ਕਰਦੇ ਸੀ, ਮਤਲਬ ਲੋਕੀ ਉਹ ਬਿੱਲ ਲੈ ਕੇ ਤਿਆਰ ਹੁੰਦੇ ਸੀ, ਬਿਜਲੀ ਦੇ ਬਿੱਲ, ਵੀ ਆਹ ਵੇਖ ਸੰਦੀਪ ਮੇਰਾ 8,000 10,000 12,000 15,000 ਬਿੱਲ ਆ ਗਿਆ, ਕਿਵੇਂ ਅਸੀਂ ਮਤਲਬ ਜਿਹੜਾ ਦਿਹਾੜੀਦਾਰ ਬੰਦਾ ਕਿਵੇਂ ਉਹ ਬਿੱਲ। ਤੇ ਆ ਜਿਹੜਾ ਚੰਨੀ ਸਾਹਿਬ ਨੇ ਬਿਜਲੀ ਦੇ ਬਿੱਲ 2 ਕਿਲੋਵਾਟ ਵਾਲੇ ਮਾਫ ਕੀਤੇ। ਮੇਰੇ ਅਬੋਰ ਦੇ ਵਿੱਚ, ਕੱਲੇ ਸਾਡੇ ਅਬੋਰ ਦੇ ਵਿੱਚ 15,000 ਘਰਾਂ ਦੇ ਆਲਮੋਸਟ 24 ਕਰੋੜ ਰੁਪਈਆ ਮਾਫ ਕੀਤਾ ਉਹਨਾਂ ਨੇ ਜਿਹੜਾ ਹੈਗਾ। ਐਂਡ ਜਿਹੜੇ ਹੁਣ ਰੇਟਸ ਘਟਾਏ 30% ਘੱਟ ਕੀਤੇ। ਸੋ ਇਹ ਕੁਝ ਇਸ਼ੂ ਸੀ ਵਿਚ ਸ਼ੁਡ ਹੈਵ ਬੀਨ ਡਨ ਅਰਲੀਅਰ। ਜਿਵੇਂ ਸੁਨੀਲ ਜਾਖੜ ਜੀ ਹਮੇਸ਼ਾ ਉਹਨਾਂ ਨੇ ਮਤਲਬ ਇਸ਼ੂ ਰੇਜ਼ ਕਰਦੇ ਗਏ ਵੀ ਜਿਹੜੀ ਇਹ ਟ੍ਰੀਟੀਜ਼ ਹੈ, ਜਿਹੜੀ ਪ੍ਰਾਈਵੇਟ ਕੰਪਨੀਜ਼ ਨਾਲ ਟ੍ਰੀਟੀਜ਼ ਸਾਈਨ ਕੀਤੀ ਗਈ ਸੀ, ਉਹ ਰੱਦ ਹੋਣੀ ਚਾਹੀਦੀ ਸੀ। ਮੈਂ ਬਿਲਕੁਲ ਸਹਿਮਤ ਹਾਂ, ਬਟ ਆਈ ਡੋਂਟ ਨੋ ਕਿਸੇ ਵਜ੍ਹਾ ਨਾਲ ਨਹੀਂ ਹੋਇਆ, ਹੋਣਾ ਚਾਹੀਦਾ ਸੀ। ਪਰ ਹੁਣ ਜਿਹੜੇ ਉਹਨਾਂ ਨੇ ਘਟਾਏ, ਰੇਟਸ ਘਟਾਏ, ਬਹੁਤ ਆਮ ਆਦਮੀ ਨੂੰ ਬਹੁਤ ਰਾਹਤ ਮਿਲੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਬੁਢਾਪਾ ਪੈਨਸ਼ਨ ਉਹ ਜਿਹੜੀ ਮਤਲਬ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਜਿਹੜੀ ਪੰਜਾਬ ਸਰਕਾਰ, ਕਾਂਗਰਸ ਸਰਕਾਰ ਦੀ ਬੁਢਾਪਾ ਪੈਨਸ਼ਨ ਜਿਹੜੀ ਅਕਾਲੀ ਦਲ ਬੀਜੇਪੀ ਦੇ ਟਾਈਮ 250 ਰੁਪਏ ਸੀ, ਅੱਜ ਦੇ ਦਿਨ 1500 ਰੁਪਏ ਉਹ ਜਿਹੜੀ ਖਾਤਿਆਂ 'ਚ ਆ ਰਹੀ ਹੈ। ਮੈਂ ਜਿੱਥੇ ਵੀ ਜਾਂਦਾ ਬਜ਼ੁਰਗ ਜਿਹੜੇ ਆਸ਼ੀਰਵਾਦ ਦਿੰਦੇ, ਕਿਉਂਕਿ ਇੱਕ ਘਰ ਦੇ ਵਿੱਚ 2 ਜੀ ਹੈ ਤੇ ਉਹ 3000 ਰੁਪਈਆ ਜਿਹੜਾ ਹੈ ਉਹ ਇਟ ਇਜ਼ ਅ ਬਿਗ ਲਾਈਫ ਲਾਈਨ। ਉਹ ਮਤਲਬ ਬਹੁਤ ਵੱਡਾ ਸਟੈਪ ਸੀ।
ਜਿਹੜੀ ਆ ਲੇਡੀਜ਼ ਵਾਸਤੇ, ਮਾਤਰ ਸ਼ਕਤੀ ਵਾਸਤੇ ਬੱਸਾਂ ਦੇ ਵਿੱਚ ਉਹਨਾਂ ਨੇ ਫ੍ਰੀ ਟਰੈਵਲ ਕੀਤਾ। ਇਟ ਇਜ਼ ਅ ਬਿਗ ਵੈਰੀ ਪੋਜ਼ਿਟਿਵ ਸਟੈਪ। ਸਕੂਲਾਂ ਦਾ ਮੈਂ ਦੱਸ ਰਿਹਾ ਸੀਗਾ ਤੇ ਕੰਮ ਬਹੁਤ ਹੋਇਆ। ਮੇਬੀ ਅਸੀਂ ਲੋਕਾਂ ਤੱਕ ਉਹਨੂੰ ਨਹੀਂ ਪਹੁੰਚਾ ਪਾਏ ਸੀ ਜਾਂ ਉਹ ਕੋਈ ਸਾਡੇ 'ਚ ਕੋਈ ਕਮੀ ਹੋਣੀ ਹੈ, ਬਟ ਨਾਓ ਵੀ ਆਰ ਮੇਕਿੰਗ ਅਪ ਫॉर। ਜੀ ਜਾਖੜ ਸਾਹਿਬ, ਤੁਸੀਂ ਸੰਭਾਵੀ ਉਮੀਦਵਾਰ ਹੋ ਕਾਂਗਰਸ ਦੇ ਅਬੋਹਰ ਤੋਂ, ਔਰ ਇੱਕ ਬੜਾ ਵੱਡਾ ਫੈਕਟ ਇਹਦੇ ਵਿੱਚ ਆਊਗਾ ਕਿਉਂਕਿ ਜਦੋਂ ਆਪਾਂ ਸੁਨੀਲ ਜਾਖੜ ਜੀ ਹੋਰਾਂ ਦੇ ਬਾਰੇ ਗੱਲ ਕਰਦੇ ਆ, ਉਹ ਲਗਾਤਾਰ ਆਪਣੇ ਟਵੀਟ ਦੇ ਜ਼ਰੀਏ ਆਪਣੀ ਸਰਕਾਰ ਨੂੰ ਸਵਾਲ ਕਰਦੇ ਰਹਿੰਦੇ ਨੇ। ਉਹ ਨਵਜੋਤ ਸਿੱਧੂ ਨੂੰ ਵੀ ਸਵਾਲ ਕਰਦੇ ਨੇ, ਉਹ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਵੀ ਸਵਾਲ ਕਰਦੇ ਨੇ, ਆਪਣੀ ਹਾਈ ਕਮਾਂਡ ਦੇ ਵੱਲੋਂ ਲਏ ਗਏ ਫੈਸਲਿਆਂ ਤੇ ਉਹ ਲਗਾਤਾਰ ਟਿੱਪਣੀ ਕਰਦੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਤੁਹਾਨੂੰ ਇਹਦਾ ਨੁਕਸਾਨ ਹੋ ਸਕਦਾ ਜਦੋਂ ਟਿਕਟਾਂ ਦੀ ਵੰਡ ਹੋਊਗੀ, ਉਮੀਦਵਾਰ ਐਲਾਨੇ ਜਾਣਗੇ, ਤਾਂ ਉਸ ਵੇਲੇ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਤੁਹਾਡਾ ਨੁਕਸਾਨ ਹੋ ਸਕਦਾ? ਇਹ ਇੱਕ ਵਜ੍ਹਾ ਬਣ ਸਕਦਾ? ਨਹੀਂ ਦੇਖੋ, ਮੈਂ ਜਿੰਨੇ ਵੀ ਜਾਖੜ ਸਾਹਿਬ ਦੇ ਜਿਹੜੀ ਕੋਈ ਟਵੀਟਸ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਦੇਖੋ ਕਈ ਵਾਰੀ ਪਰਿਵਾਰ ਦੇ ਵਿੱਚ ਵੀ ਕਈ ਵਾਰ ਥੋੜੀ ਜਿਹੀ ਮਿਸਅੰਡਰਸਟੈਂਡਿੰਗ ਜੀ ਹੋ ਸਕਦੀ ਹੈ ਕੋਈ, ਪਰ ਉਹ ਕੋਈ ਉਸ ਸਰਕਾਰ ਨੂੰ ਤਾਂ ਕੋਈ ਉਹਨਾਂ ਨੇ ਕਦੇ ਘੇਰਿਆ ਨਹੀਂ ਉਸ ਟਾਈਪ ਦਾ। ਜਾਖੜ ਸਾਹਿਬ ਜਦੋਂ ਵਿਪਕਸ਼ ਦੇ ਲੀਡਰ ਵੀ ਸੀ, ਫਿਰ ਜਦੋਂ ਪੀਸੀਸੀ ਦੇ ਪ੍ਰੈਜ਼ੀਡੈਂਟ ਵੀ ਸੀ, ਉਹ ਲਗਾਤਾਰ ਉਹਨਾਂ ਨੇ ਵਰਕਰਸ ਦੇ ਜਿਹੜੇ ਇਸ਼ੂਜ਼ ਸੀ, ਜਿਹੜੀ ਸਰਕਾਰ ਦੀ ਕਮੀਆਂ ਸੀ, ਉਹ ਲਗਾਤਾਰ ਉਸ ਟਾਈਮ ਸੀਐਮ ਸਾਹਿਬ ਦੇ ਸਾਹਮਣੇ ਪੇਸ਼ ਕਰਦੇ ਸੀ। ਸੋ ਦੈਟ ਵਾਸ ਪਾਰਟ ਆਫ ਹਿਸ ਜੌਬ। ਤੁਹਾਨੂੰ ਲੱਗਦਾ ਕਿ ਪਹਿਲਾਂ ਵਾਂਗੂ ਹੁਣ ਵੀ ਨਾਰਮਲ ਹੀ ਹੈ ਇਹ? ਪਰ ਇਹਨੂੰ ਸਿਆਸੀ ਖੇਮਿਆਂ ਦੇ ਵਿੱਚ ਦੇਖੋ, ਇਹਨਾਂ ਨੇ ਕੁਝ ਟਵੀਟਸ ਕੀਤੇ ਜਾਖੜ ਸਾਹਿਬ ਨੇ, ਹੁਣ ਕਈਆਂ ਨੇ ਉਹਨੂੰ ਦੂਜੇ ਪਾਸੋਂ ਲੈ ਲਿਆ ਤੇ ਪਰ ਮੈਨੂੰ ਨਹੀਂ ਲੱਗਿਆ ਵੀ ਕੋਈ ਉਹਨਾਂ ਨੇ ਸਰਕਾਰ ਦੇ ਖਿਲਾਫ ਕੋਈ ਗੱਲ ਕੀਤੀ ਹੋਵੇ। ਮਤਲਬ ਹੀ ਇਜ਼ ਵੈਰੀ ਆਊਟਸਪੋਕਨ। ਉਹਨਾਂ ਨੂੰ ਜਿਹੜਾ ਫੀਲ ਕਰਦਾ ਉਹ ਆਪਣੀ ਗੱਲ ਰੱਖਦੇ ਆ। ਇਸੇ ਚੋਂ ਨਿਕਲਦਾ ਹੋਇਆ ਸਵਾਲ ਹੈ, ਇਸੇ ਚੋਂ ਹੀ ਨਿਕਲਦਾ ਹੋਇਆ ਸਵਾਲ ਹੈ। ਆਪਾਂ ਠੀਕ ਹੈ, ਸੰਭਾਵਨਾ ਤੇ ਗੱਲ ਕਰ ਲੈਂਦੇ। ਹਾਂਜੀ, ਜੇ ਇਹ ਹੋ ਜਾਂਦਾ, ਜੋ ਮੈਂ ਇਸ਼ੂ ਰੇਜ਼ ਕੀਤਾ ਜਾਂ ਮੈਂ ਤੁਹਾਨੂੰ ਸਵਾਲ ਕੀਤਾ ਕਿ ਇਹਦਾ ਕੋਈ ਨੁਕਸਾਨ ਹੋ ਸਕਦਾ ਹੈ ਭਵਿੱਖ ਦੇ ਵਿੱਚ, ਜੇਕਰ ਅਜਿਹਾ ਹੋ ਜਾਂਦਾ ਕਿਸੇ ਵੀ ਮਤਲਬ ਉੱਤੇ ਜਾ ਕੇ, ਫਿਰ ਤੁਹਾਡਾ ਫੈਸਲਾ ਕੀ ਹੋਊਗਾ? ਨਹੀਂ, ਕੀ ਹੋ ਜਾਂਦਾ ਜੀ? ਮਤਲਬ ਤੁਹਾਡੀ ਟਿਕਟ ਨਹੀਂ ਤੁਹਾਨੂੰ ਦਿੱਤੀ ਜਾਂਦੀ ਕਾਂਗਰਸ ਦੇ ਵੱਲੋਂ? ਨਹੀਂ, ਨੋ ਪ੍ਰੋਬਲਮ ਜੀ। ਜੇ ਕਾਂਗਰਸ ਟਿਕਟ ਨਹੀਂ ਦੇਂਦੀ, ਪਾਰਟੀ ਦੇ ਨਾਲ ਰਹੋਗੇ? ਪਾਰਟੀ ਦੇ 100%। ਜਾਂ ਫਿਰ ਇਹ ਹੋਊਗਾ ਕਿ ਠੀਕ ਹੈ ਤੁਸੀਂ ਨਹੀਂ ਟਿਕਟ ਦਿੱਤੀ ਤਾਂ ਆਪਾਂ ਆਜ਼ਾਦ ਲੜਾਂਗੇ? ਨਹੀਂ ਜੀ, ਨਹੀਂ। ਆਈ ਥਿੰਕ ਅਗਰ ਤੁਸੀਂ ਸੁਨੀਲ ਜੀ ਦੇ ਕੋਈ ਬਿਆਨ ਵੀ ਵੇਖੋ, ਹੀ ਹੈਜ਼ ਆਲਵੇਜ਼ ਸੈਡ ਵੀ ਅਗਰ ਮਤਲਬ ਅੱਜ ਸਾਡੀ ਜੇ ਪਛਾਣ ਹੈ ਜਿਹੜੀ ਬਣੀ ਹੈ ਸਾਡੇ ਪਰਿਵਾਰ ਦੀ, ਉਹ ਕਾਂਗਰਸ ਪਾਰਟੀ ਕਰਕੇ ਹੈ। ਐਂਡ ਸੁਨੀਲ ਜੀ ਨੇ ਤਾਂ ਇੱਥੋਂ ਤੱਕ ਗੱਲ ਕੀਤੀ ਸੀ ਜਦੋਂ ਪਿੱਛੇ ਮਤਲਬ ਇਹ ਜਿਵੇਂ ਤੁਸੀਂ ਮੈਨੂੰ ਪੁੱਛ ਰਹੇ ਹੋ, ਕਈਆਂ ਨੇ ਪੁੱਛਿਆ ਨਾ ਕਿ ਵੀ ਨਹੀਂ, ਆਈ ਹੈਵ ਆਲਵੇਜ਼ ਬੀਨ ਅ ਲਾਇਲ ਸੋਲਜਰ ਆਫ ਦ ਪਾਰਟੀ, ਆਈ ਐਮ ਅ ਲਾਇਲ ਸੋਲਜਰ ਆਫ ਦ ਪਾਰਟੀ, ਆਈ ਵਿਲ ਬੀ ਅ ਲਾਇਲ ਸੋਲਜਰ ਆਫ ਦ ਪਾਰਟੀ, ਆਈ ਐਮ ਅ ਕਾਂਗਰਸਮੈਨ ਫਰਸਟ। ਟਿਕਟ ਮਿਲਦੀ ਹੈ ਨਹੀਂ ਮਿਲਦੀ ਹੈ ਉਹ ਪਾਰਟੀ ਦਾ ਫੈਸਲਾ ਹੈ। ਅਸੀਂ ਮਤਲਬ ਪਾਰਟੀ ਵਾਸਤੇ ਕੰਮ ਕਰ ਰਹੇ ਹਾਂ ਤੇ ਅੱਗੇ ਵੀ ਪਾਰਟੀ ਵਾਸਤੇ ਕੰਮ ਕਰਾਂਗੇ। ਠੀਕ ਹੈ ਜਾਖੜ ਸਾਹਿਬ, ਜ਼ਰੂਰਤ ਇਹ ਹੁੰਦੀ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਸਾਨੂੰ ਬੜਾ ਪਿੰਚ ਹੋਇਆ ਕਿ ਸਾਡੇ ਸ਼ਹਿਰ ਨੂੰ ਇਹ ਕਿਹਾ ਗਿਆ ਕਿ ਤੁਹਾਡਾ ਸ਼ਹਿਰ ਬਹੁਤ ਗੰਦਾ। ਹਰ ਇੱਕ ਬੰਦੇ ਦੀ ਇਹ ਕਿਤੇ ਨਾ ਕਿਤੇ ਥਿੰਕਿੰਗ ਹੁੰਦੀ ਹੈ ਕਿ ਜਿੱਥੇ ਸਾਡੀ ਜ਼ਿੰਮੇਵਾਰੀ ਹੈ, ਜੇ ਉਸ ਨੂੰ ਕੋਈ ਨਾ ਕੋਈ ਮਤਲਬ ਟਿਕ ਕਰਦਾ ਕਿਸੇ ਚੀਜ਼ ਨੂੰ ਲੈ ਕੇ ਤਾਂ ਦੁੱਖ ਹੁੰਦਾ ਹੈ। ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਤੁਸੀਂ ਸੰਭਾਵੀ ਉਮੀਦਵਾਰ ਹੋ, ਟਿਕਟ ਮਿਲਦੀ ਹੈ, ਜਿੱਤਦੇ ਹੋ, ਇਹ ਬਾਅਦ ਦੀਆਂ ਗੱਲਾਂ ਨੇ। ਆਉਣ ਵਾਲੇ ਟਾਈਮ ਦੇ ਵਿੱਚ ਅਬੋਹਰ ਬਾਰੇ ਕੀ ਸੋਚਿਆ? ਕਿਉਂਕਿ ਇੰਡਸਟਰੀ ਦੀ ਗੱਲ ਆਪਾਂ ਕੀਤੀ, ਉਹਦੀ ਜ਼ਰੂਰਤ ਹੈ। ਇੱਕ ਸਵਾਲ ਨਾਲ ਇਹ ਵੀ ਜੁੜਦਾ ਕਿਉਂਕਿ ਸਮਾਂ ਆਪਣਾ ਕਾਫੀ ਹੋ ਗਿਆ, ਇਹ ਵੀ ਨਾਲ ਹੀ ਸਵਾਲ ਕਰਦਾ ਕਿ ਇੱਕ ਨਸ਼ੇ ਦੀ ਬਹੁਤ ਵੱਡੀ ਸਮੱਸਿਆ ਪੂਰੇ ਪੰਜਾਬ ਦੇ ਵਿੱਚ ਹੈ। ਮੈਂ ਤੁਹਾਡੇ ਇਲਾਕੇ ਦੀ ਗੱਲ ਨਹੀਂ ਕਰ ਰਿਹਾ, ਜਿੱਥੇ ਵੀ ਅਸੀਂ ਜਾਂਦੇ ਹਾਂ ਲੋਕ ਜਾਣੀ ਦੁਹੱਥੜ ਮਾਰ ਇਹ ਕਹਿੰਦੇ ਨੇ ਕਿ ਨਸ਼ਾ ਬਹੁਤ ਜ਼ਿਆਦਾ, ਨਸ਼ਾ ਨਹੀਂ ਰੁਕ ਰਿਹਾ। ਹੁਣ ਇਹਨਾਂ ਦੋ ਚੀਜ਼ਾਂ ਦਾ ਤੁਸੀਂ ਹੱਲ ਕੀ ਕਰੋਗੇ? ਦੇਖੋ, ਅੱਗੇ ਦੀ ਤੁਸੀਂ ਕੀ ਜਿਹੜੀ ਪਲੈਨਿੰਗ ਕੀਤੀ ਰਵੀ ਜੀ? ਪਹਿਲਾ ਜਿਹੜਾ ਤੁਹਾਡਾ ਸਵਾਲ ਸੀ, ਅਸੀਂ ਜਿਹੜੇ ਸਾਡੇ ਆਨਗੋਇੰਗ ਪ੍ਰੋਜੈਕਟਸ ਹੈ ਉਹ ਤਾਂ ਚੱਲ ਹੀ ਰਹੇ, ਪਰ ਅੱਗੇ ਅਸੀਂ ਸ਼ਹਿਰ ਨੂੰ ਹੋਰ ਸੁਧਾਰਨਾ। ਸ਼ਹਿਰ ਦੀ ਆਬਾਦੀ ਬਹੁਤ ਵੱਧ ਚੁੱਕੀ ਹੈ, ਪਿੰਡਾਂ ਦੇ ਵਿੱਚ ਮਤਲਬ ਜਿਹੜੇ ਇਸ਼ੂਜ਼ ਹੈ ਉਹਨੂੰ ਹੋਰ ਅਸੀਂ ਇਨਫਰਾਸਟ੍ਰਕਚਰ ਨੂੰ ਹੋਰ ਅਪਗ੍ਰੇਡ ਕਰਨਾ ਹੈ। ਇੰਡਸਟਰੀ ਦੀ ਜਿਹੜੀ ਤੁਸੀਂ ਗੱਲ ਕੀਤੀ ਉਹਦੇ ਉੱਤੇ ਵੀ ਅਸੀਂ ਬਹੁਤ ਫੋਕਸ ਕਰਨਾ ਹੈ, ਬਿਕੋਜ਼ ਇਟ ਇਜ਼ ਅ ਮਸਟ। ਉਹ ਮਤਲਬ ਅਸੀਂ ਐਕਸਪਰਟਸ ਨਾਲ ਗੱਲ ਕਰਾਂਗੇ ਉੱਤੇ, ਮਤਲਬ ਬਿਊਰੋਕਰੇਸੀ ਦੇ ਵਿੱਚ ਗੱਲ ਕਰਾਂਗੇ ਵੀ ਕਿਵੇਂ ਕੀ ਪ੍ਰੋਗਰਾਮ ਅਸੀਂ ਕਰ ਸਕਦੇ ਹਾਂ, ਕੀ ਇੰਡਸਟਰੀ ਸਾਡੇ ਏਰੀਆ ਦੇ ਵਿੱਚ ਆ ਸਕਦੀ ਹੈ। ਬਿਲਕੁਲ। ਐਂਡ ਜਿਹੜੀ ਤੁਸੀਂ ਨਸ਼ੇ ਦੀ ਗੱਲ ਕੀਤੀ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਇਟ ਇਜ਼ ਅ ਪ੍ਰੋਬਲਮ। ਲੇਕਿਨ ਮੈਂ ਆ ਵੀ ਦਾਅਵੇ ਨਾਲ ਕਹਿੰਦਾ ਵੀ ਕਾਫੀ ਨਸ਼ੇ ਦੇ ਵਿੱਚ ਕਾਫੀ ਹੱਦ ਤੱਕ ਅਸੀਂ ਕੰਟਰੋਲ ਕੀਤਾ ਹੈ, ਮਤਲਬ ਸਰਕਾਰ ਨੇ ਕੰਟਰੋਲ ਕੀਤਾ ਹੈ। ਸਪਲਾਈ ਚੇਨ ਹੈਜ਼ ਡੈਫੀਨਿਟਲੀ ਬ੍ਰੋਕਨ।
ਬਟ ਵੀ ਨੀਡ ਟੂ ਡੂ ਮੋਰ। ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਕਈ ਵਾਰ ਮੈਂ ਵੀ ਵਾਰਡਾਂ 'ਚ ਪਿੰਡਾਂ 'ਚ ਜਦੋਂ ਜਾਂਦਾ ਮੈਨੂੰ ਕਈ ਜਗ੍ਹਾ ਸਵਾਲ ਹੁੰਦੇ ਵੀ ਅੱਜ ਵੀ ਸਾਡੇ ਬੱਚੇ ਕੁਝ ਬੱਚੇ ਮਤਲਬ ਉਸ ਕੰਮ 'ਚ ਲੱਗ ਗਏ। ਸੋ ਇਟ ਇਜ਼ ਅ ਪ੍ਰੋਬਲਮ ਐਂਡ ਵੀ ਨੀਡ ਟੂ ਥਿੰਕ ਆਊਟ ਆਫ ਦਾ ਬਾਕਸ। ਆਪਾਂ ਨੂੰ ਕੋਈ ਨਾ ਕੋਈ ਸਰਕਾਰ ਨੂੰ ਕੋਈ ਉਹਦਾ ਦੇਖਣਾ ਪੈਣਾ ਵੀ ਅਸੀਂ ਕਿਵੇਂ ਇਹਨੂੰ ਮਤਲਬ ਕੀ ਨੈਕਸਟ ਸਟੈਪ ਲੈਣਾ ਚਾਹੀਦਾ ਹੈ, ਕੀ ਕੁਝ ਅਸੀਂ ਕਰੀਏ ਵੀ ਡੈਫੀਨੇਟਲੀ ਇਸ ਪ੍ਰੋਬਲਮ ਨੂੰ ਜੜੋਂ ਕਿਵੇਂ ਖਤਮ ਕਰ ਸਕਦੇ ਹਾਂ। ਇੱਕ ਲਾਸਟ ਸਵਾਲ ਆਖਰ ਤੇ ਕਿ ਲੋਕਾਂ ਨੇ ਜਿਹੜੇ ਪ੍ਰੋਗਰਾਮ ਦੀ ਮੈਂ ਗੱਲ ਵੀ ਕੀਤੀ, ਨੇਤਾ ਜੀ ਦਿਓ ਜਵਾਬ, ਉਸ ਦੇ ਵਿੱਚ ਲੋਕਾਂ ਨੇ ਤੁਹਾਡੇ ਤੇ ਬਹੁਤ ਵੱਡਾ ਭਰੋਸਾ ਜਤਾਇਆ ਕਿ ਸੰਦੀਪ ਜਾਖੜ ਹੋਰੀ ਇੱਕ ਨੌਜਵਾਨ ਲੀਡਰ ਹੈ, ਬਹੁਤ ਚੰਗਾ ਕੰਮ ਕਰ ਰਹੇ ਆ, ਖੁਦ ਲੋਕਾਂ ਦੇ ਵਿੱਚ ਉਤਰਦੇ ਆ। ਭਵਿੱਖ ਦੇ ਵਿੱਚ ਕੀ ਲੋਕਾਂ ਨਾਲ ਵਾਅਦਾ ਕਰਦੇ ਹੋ ਤੁਸੀਂ ਇੱਥੋਂ ਜੇ ਵਿਧਾਇਕ ਚੁਣੇ ਜਾਂਦੇ ਹੋ ਭਵਿੱਖ ਦੇ ਵਿੱਚ ਲੋਕਾਂ ਨਾਲ ਇਸੇ ਤਰੀਕੇ ਵਿਚਰੋਗੇ ਔਰ ਲੋਕਾਂ ਦੀਆਂ ਤੁਹਾਡੇ ਤੇ ਜੋ ਉਮੀਦਾਂ ਨੇ ਉਹਨਾਂ ਤੇ ਉਸੇ ਤਰ੍ਹਾਂ ਖਰੇ ਉਤਰੋਗੇ? ਨਹੀਂ ਡੈਫੀਨੇਟਲੀ। ਜਿਵੇਂ ਮੈਂ ਰਵੀ ਜੀ ਸਾਡੀ ਫੈਮਿਲੀ ਇੱਥੋਂ 1972 ਦੇ ਵਿੱਚ ਪਹਿਲੀ ਵਾਰ ਇਲੈਕਸ਼ਨ ਮੇਰੇ ਦਾਦਾ ਜੀ ਲੜੇ ਸੀਗੇ ਐਂਡ ਹੁਣ 2021 ਚੱਲ ਰਿਹਾ ਜੀ। ਤੇ ਦੇਖੋ ਹਾਰ ਜਿੱਤ ਚੱਲਦੀ ਰਹਿੰਦੀ ਬਟ ਲੋਕਾਂ ਦਾ ਪਿਆਰ, ਲੋਕਾਂ ਦਾ ਸਾਡੇ ਤੇ ਭਰੋਸਾ। ਤੇ ਜੇ ਮੈਂ ਮੇਰੀ ਗੱਲ ਕਰਾਂ ਮੈਂ ਬੜਾ ਪ੍ਰੈਕਟੀਕਲ ਬੰਦਾ ਤੇ ਮੈਂ ਵੀ ਜ਼ਮੀਨ ਤੋਂ ਕੰਮ ਕਰਕੇ ਮੈਂ ਪਾਰਟੀ ਦੇ ਵਿੱਚ ਸੰਗਠਨ ਦੇ ਵਿੱਚ ਵੀ ਮਤਲਬ ਯੂਥ ਕਾਂਗਰਸ ਤੋਂ ਸ਼ੁਰੂਆਤ ਕੀਤੀ ਹੈ ਜੀ। ਐਂਡ ਆਈ ਹੈਵ ਵਰਕਡ, I have proved myself and ਹੁਣ ਜੇ ਲੋਕੀ ਮੇਰੇ ਤੇ ਭਰੋਸਾ ਕਰ ਰਹੇ, ਮੇਰੇ ਤੇ ਉਮੀਦਾਂ ਹੈ, ਉਹ ਮੈਂ ਉਹਨਾਂ ਨੂੰ ਕੰਮ ਕਰਕੇ ਦਿਖਾਇਆ। ਨਾਟ ਬਿਕੋਜ਼ ਮੈਂ ਸੁਨੀਲ ਜਾਖੜ ਜੀ ਦਾ ਭਤੀਜਾ ਬਟ ਮੈਂ ਵਰਕਿੰਗ ਕੀਤੀ ਹੈ। ਉਹਨਾਂ ਦਾ ਭਰੋਸਾ, I have won their confidence and I ਮਤਲਬ ਡੈਫੀਨੇਟਲੀ ਮੈਂ ਮਤਲਬ ਉਹਨਾਂ ਦੇ ਜਿਹੜੀ ਉਮੀਦਾਂ ਹੈ ਉਹਨਾਂ ਤੇ ਪੂਰੇ ਆਵਾਂਗੇ। ਜਿੰਨਾ ਕੰਮ ਅਸੀਂ ਕਰਕੇ ਦਿਖਾਇਆ, ਜੇ ਲੋਕੀ ਮੈਨੂੰ ਮੌਕਾ ਦਿੰਦੇ ਤੇ ਮੈਂ ਡੈਫੀਨੇਟਲੀ ਅਬੋਰ ਦੀ ਆਵਾਜ਼ ਵੀ ਉਠਾਵਾਂਗੇ ਐਂਡ ਇਸ ਤੋਂ ਡਬਲ ਕੰਮ ਕਰਕੇ ਦਿਖਾਵਾਂਗੇ ਐਂਡ ਆਈ ਐਮ ਸ਼ੋਰ ਆਈ ਵਾਂਟ ਟੂ ਮੇਕ ਪੀਪਲ ਆਫ ਅਬੋਰ ਪ੍ਰਾਊਡ ਆਫ ਮੀ। ਜੀ ਬਹੁਤ ਧੰਨਵਾਦ ਜਾਖੜ ਸਾਹਿਬ, ਬਹੁਤ ਮਿਹਰਬਾਨੀ। ਤਾਂ ਸਨ ਸੰਦੀਪ ਕੁਮਾਰ ਜਾਖੜ ਸਿੱਧੇ ਤੌਰ ਤੇ, ਕਿਉਂਕਿ ਉਹਨਾਂ ਨੇ ਸ਼ੁਰੂ 'ਚ ਹੀ ਦੱਸਤਾ ਸੀ ਕਿ ਉਹਨਾਂ ਦੀ ਜ਼ਿੰਮੇਵਾਰੀ ਸੁਨੀਲ ਜਾਖੜ ਜੀ ਹੋਰਾਂ ਨੇ ਲਾਈ ਸੀ ਕਿ ਸੰਦੀਪ ਤੁਸੀਂ ਆਪਣਾ ਹਲਕਾ ਸਾਂਭਣਾ ਹੈ। ਉਹਨਾਂ ਨੇ ਮਿਹਨਤ ਕੀਤੀ, ਇਹ ਉਹਨਾਂ ਦੀ ਜ਼ੁਬਾਨੀ ਹੈ। ਲੋਕ ਵੀ ਕਹਿੰਦੇ ਨੇ ਕਿ ਉਹਨਾਂ ਨੇ ਘੱਟੋ ਘੱਟ ਜਿੱਥੇ ਸਾਨੂੰ ਆਉਣ ਜਾਣ ਦੀ ਸਮੱਸਿਆ ਸੀ ਉਹ ਸਾਰੀ ਖਤਮ ਹੈ। ਇੱਥੇ ਸੀਵਰੇਜ ਪੈ ਚੁੱਕਿਆ, ਇੱਥੇ ਟੋਟਲ ਕੰਮ ਹੋ ਚੁੱਕਿਆ, ਪਰ ਸਭ ਤੋਂ ਵੱਡੀ ਸਮੱਸਿਆ ਇੰਡਸਟਰੀ ਦੀ ਹੈ। ਵਾਅਦਾ ਕਰਦੇ ਨੇ ਕਿ ਜੇਕਰ ਮੌਕਾ ਮਿਲਦਾ ਤਾਂ ਇੰਡਸਟਰੀ ਬਾਰੇ ਸਭ ਤੋਂ ਪਹਿਲਾਂ ਗੱਲ ਹੋਏਗੀ, ਇੰਡਸਟਰੀ ਲਿਆਉਣ ਬਾਰੇ ਵੀ। ਔਰ ਨਸ਼ੇ ਦੀ ਜੇਕਰ ਗੱਲ ਕਰੀਏ ਤਾਂ ਨਸ਼ਾ ਖਤਮ ਹੋਣਾ ਹੈ ਇੱਕ ਲੀਡਰ ਦੇ ਆਪਣੇ ਐਫਰਟਸ ਦੇ ਨਾਲ। ਔਰ ਸੰਦੀਪ ਜਾਖੜ ਹੋਰਾਂ ਨੇ ਇਹ ਵੀ ਵਾਅਦਾ ਕੀਤਾ ਕਿ ਕੋਸ਼ਿਸ਼ ਪੂਰੀ ਹੋਏਗੀ ਕਿ ਆਪਣੇ ਹਲਕੇ 'ਚੋਂ ਘੱਟੋ ਘੱਟ ਆਪਣੇ ਇਲਾਕੇ ਦੇ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਵੇ। ਅਸੀਂ ਵੀ ਹਰ ਇੱਕ ਲੀਡਰ ਤੋਂ ਇਹੀ ਉਮੀਦ ਕਰਦੇ ਹਾਂ ਔਰ ਲੋਕ ਵੀ ਇਹੋ ਉਮੀਦ ਕਰਦੇ ਨੇ ਕਿ ਹਰ ਇੱਕ ਲੀਡਰ ਇਹ ਸੋਚ ਕੇ ਚੱਲੇ ਕਿ ਮੈਂ ਆਪਣੇ ਹਲਕੇ ਦੇ ਵਿੱਚੋਂ ਨਸ਼ਾ ਖਤਮ ਕਰਨਾ ਤਾਂ ਸਾਰੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਸਕਦਾ। ਔਰ ਇਹ ਹੁਣ ਡਿਪੈਂਡ ਕਰਦਾ ਹੈ ਅਬੋਹਰ ਦੇ ਲੋਕਾਂ ਤੇ ਕਿ ਅਬੋਹਰ ਦੇ ਲੋਕ ਕਿਸ ਦੇ ਕੰਮਾਂ ਨੂੰ ਚੰਗਾ ਮੰਨਦੇ ਨੇ, ਲੋਕ ਕਿਸ ਦੀ ਸਿਆਸਤ ਨੂੰ ਚੰਗਾ ਮੰਨਦੇ ਨੇ, ਲੋਕ ਕਿਸ ਦੇ ਕਰਵਾਏ ਹੋਏ ਕੰਮਾਂ ਨੂੰ ਠੀਕ ਮੰਨਦੇ ਨੇ ਔਰ ਜਿੱਤ ਦਾ ਸਿਹਰਾ ਕਿਹਨੂੰ ਦਿੰਦੇ ਨੇ, ਇਹ ਆਉਣ ਵਾਲਾ ਵਕਤ ਦੱਸੇਗਾ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਅਬੋਹਰ।